ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਤੇ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਵਾਸ਼ਿੰਗਟਨ ਫਰੇਟ ਸਰਵਿਸ ਦਾ ਸੁਨੇਹਾ ਦੇ ਦਈਏ, ਜਿਹੜੇ ਸੈਟਲ ਏਰੀਏ 'ਚ ਲੋਕਲ ਜੌਬ ਦੇ ਲਈ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ। ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸ਼ਿਕਾਇਤਾਂ ਸਾਰਿਆਂ ਦੀਆਂ ਬਰਾਬਰ ਹੋਈਆਂ। ਪਾਰਟੀ ਦੀ ਵਰਖਲਾਫੀ, ਪਾਰਟੀ ਦੀ ਜਿਹੜੀ ਜੋ ਆਪਾਂ ਆਖੀਏ ਕਿ ਲਾਅ ਸੀਗਾ, ਡਿਫੈਕਸ਼ਨ ਲਾਅ, ਉਹਦੀ ਵੀ ਉਲੰਘਣਾ ਹੋਈ। ਪਰ ਮਾਸਟਰ ਬਲਦੇਵ ਸਿੰਘ ਦੀ ਹੀ ਵਿਧਾਨ ਸਭਾ ਮੈਂਬਰਸ਼ਿਪ ਕਿਉਂ ਰੱਦ ਹੋਈ ਜੀ? ਦੇਖੋ, ਗੱਲ ਇਹ ਹੈ ਦਾਨੇਵਾਲੀਆ ਸਾਹਿਬ, ਜਿਹੜਾ ਕਾਨੂੰਨ ਹੈ ਨਾ, ਉਹ ਵੱਡੇ ਬੰਦਿਆਂ ਦੀ ਲੱਤ ਨਹੀਂ ਤੋੜਦਾ ਜੀ। ਮਾੜੇ ਦੀ ਗੱਲ। ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਫਾਹਾ ਉਹਨੂੰ ਦੇ ਦਿਓ ਜਿਹਦੇ ਮੇਚ ਆਉਂਦਾ ਹੈ। ਮੇਚ ਆਉਂਦਾ। ਵਿਚਾਰੇ ਬਲਦੇਵ ਸਿੰਘ ਨਾਲ ਉਹੀ ਹੋਈ ਹੈ। ਬਲਦੇਵ ਸਿੰਘ ਦਾ ਕਸੂਰ ਕੀ ਹੈ? ਬਸ ਉਹੀ ਕਸੂਰ ਹੈ ਜਿਹੜਾ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਹੁੰਦਾ ਹੈ ਕਿ ਜੱਟਾਂ ਦੀ ਆਪਸ ਵਿੱਚ ਦੁਸ਼ਮਣੀ ਹੁੰਦੀ ਹੈ, ਝਗੜਾ ਹੁੰਦਾ ਹੈ। ਜਿਹੜਾ ਨਾਲ ਦਿਹਾੜੀ ਮਜ਼ਦੂਰੀ ਜਾਂ ਸੀਰੀ ਹੁੰਦਾ ਹੈ, ਉਹਨੂੰ ਘੁੱਟਕ ਦਾਰੂ ਦੀ ਪਿਆਲੀ, ਦਾਰੂ ਪਿਆ ਕੇ ਵੀ ਤੂੰ ਮੇਰਾ ਪੁੱਤ ਤੇ ਤੂੰ ਮੇਰਾ ਭਤੀਜਾ, ਤੇ ਉਹ ਕਹਿੰਦਾ ਚਾਚਾ ਹਾਂ ਚਾਚਾ ਤੂੰ ਹੀ ਹੈ ਮੇਰਾ ਸਾਰਾ, ਤੂੰ ਹੀ ਹੈ ਸਾਰਾ ਕੁਛ ਬਸ। ਤੇ ਫਿਰ ਉਹ ਕਹਿੰਦੇ ਵੀ ਭਤੀਜ ਫਿਰ ਹੁਣ ਆਪਾਂ ਨੂੰ ਸਰਦਾ ਨਹੀਂ, ਜੱਟ ਚਮਲਿਆ ਬਹੁਤ ਹੈ,
ਚੱਲ ਚਾਚਾ ਕਰ ਦਿੰਦੇ ਆ ਡੱਕਰੇ। ਹਾਂ ਹਾਂ। ਤੇ ਚਾਚੇ ਤੋਂ ਮੂਹਰੇ ਗੰਡਾਸਾ ਲੈ ਕੇ ਭਤੀਜ ਖੜਦਾ ਹੈ। ਭਤੀਜ ਖੜਦਾ। ਤੇ ਜਦੋਂ ਭਤੀਜ ਫਿਰ ਉਹ ਮਾਰਦਾ ਹੈ, ਮੱਥਾ ਦਿੰਦਾ ਪਾੜ, ਹੂੰ। ਤੇ ਲੱਗਦਾ ਵੀ 307 ਬਣ ਗਈ। ਉਹ ਕਹਿੰਦਾ ਫਿਰ ਹੁਣ ਬਗੀਚਾ ਕਿਵੇਂ ਕਰੀਏ? ਹਾਂ। ਤੇ ਫਿਰ ਬਹਿ ਕੇ ਖੁੰਡ ਦੇ ਉੱਤੇ ਰੱਖ ਲੈਂਦਾ, ਲੱਤ ਲੈ ਚਾਚਾ ਮਾਰ ਗੰਡਾਸਾ, ਹਾਂ ਮੇਰੇ ਇੱਥੋਂ ਵੱਢ ਦੇ, ਬਣਾ ਦੇ ਬਰਾਬਰ ਦਾ ਕੇਸ। ਤੇ ਉਹ ਬਰਾਬਰ ਦਾ ਕੇਸ ਬਣਦਾ ਹੈ। ਇਹ ਇੱਕ ਪੱਖ ਹੈ। ਬਹੁਤ ਪਹਿਲਾਂ ਹੂੰ। ਮੈਂ ਇੱਕ ਨਜ਼ਮ ਪੜ੍ਹੀ ਸੀ, ਇੱਕ ਅਖਬਾਰ ਦੇ ਵਿੱਚ ਕਵਿਤਾ ਸੀ। ਹੂੰ ਹੂੰ। ਕਵਿਤਾ ਦਾ ਹੈਡਿੰਗ ਸੀ ਤੇ ਜਗੀਰਾ ਮੂਵੀ ਚੋਂ ਰਹਿ ਗਿਆ। ਜੰਗੀਰਾ ਮੂਵੀ ਚੋਂ ਰਹਿ ਗਿਆ। ਮੂਵੀ ਚੋਂ। ਅੱਛਾ। ਜੰਗੀਰਾ ਕਿਸੇ ਜ਼ਿਮੀਦਾਰ ਦੇ ਨਾਲ ਸੀਰੀ ਲੱਗਿਆ ਹੁੰਦਾ ਹੈ। ਹਾਂ ਹਾਂ। ਜ਼ਿਮੀਦਾਰ ਦਾ ਮੁੰਡਾ ਜਗੀਰੇ ਨੂੰ ਚਾਚਾ ਕਹਿੰਦਾ ਹੈ। ਹੂੰ। ਮੁੰਡਾ ਪੜ੍ਹ ਲਿਖ ਜਾਂਦਾ ਹੈ, BA ਕਰ ਲੈਂਦਾ ਹੈ, ਚੰਗੇ ਘਰ ਦਾ ਰਿਸ਼ਤਾ ਹੋ ਜਾਂਦਾ ਹੈ। ਜੀ। ਤੇ ਫਿਰ ਮੁੰਡੇ ਦਾ ਪਿਓ ਕਹਿੰਦਾ ਜਗੀਰਿਆ ਤੇਰੇ ਭਤੀਜੇ ਦਾ ਵਿਆਹ ਆ ਗਿਆ। ਤੇ ਜਗੀਰਾ ਫਿਰ ਭੱਜ ਭੱਜ ਕੰਮ ਕਰਦਾ। ਕਿਧਰੇ ਲੱਕੜਾਂ ਲਿਆਂਦੀਆਂ ਖੇਤੋਂ, ਕਿਧਰੇ ਆ ਭਤੀਜੇ ਦਾ ਵਿਆਹ ਆ ਗਿਆ। ਭਤੀਜੇ ਦਾ ਵਿਆਹ ਆ ਗਿਆ, ਫਿਰ ਕੜਾਹੀ ਚੜ੍ਹਦੀ ਹੈ। ਹੂੰ ਹੂੰ। ਜਗੀਰਾ ਲੱਕੜਾਂ ਵੀ ਬਾਲਦਾ, ਫਲਾਨਾ ਬਾਲਦਾ, ਦੂਜਿਆਂ ਨੂੰ ਡਾਂਟਦਾ, ਉਹ ਹਲਵਾਈਆਂ ਨੂੰ ਕਹਿੰਦਾ ਤੂੰ ਆਹ ਨਹੀਂ ਕੀਤਾ, ਤੂੰ ਆਹ ਨਹੀਂ ਕੀਤਾ। ਸਾਰਾ ਕਾਰ ਮੁਖਤਿਆਰ ਜਿਹੜਾ ਹੈਗਾ ਉਹ ਜਗੀਰਾ ਕਾਰ ਮੁਖਤਿਆਰੀ ਨਿਭਾਉਂਦਾ ਹੈ। ਜਗੀਰਾ ਨਵੇਂ ਕੱਪੜੇ ਬਣਾ ਲੈਂਦਾ ਹੈ, ਨਵੇਂ ਜੋੜੇ ਬਣਾ ਲੈਂਦਾ ਹੈ ਕਿ ਆਪਾਂ ਬਰਾਤ ਚੱਲਣਾ ਹੈ। ਜਿੱਦਣ ਵਿਆਹ ਹੁੰਦਾ ਬਾਜੇ ਵਾਲੇ ਆ ਜਾਂਦੇ ਆ, ਮੂਵੀ ਵਾਲੇ ਆ ਜਾਂਦੇ ਹੈ। ਜਗੀਰਾ ਵੀ ਮੂਹਰੇ ਗੇੜੇ ਦਿੰਦਾ ਫਿਰਦਾ ਹੈ। ਹੂੰ। ਉਹ ਫਿਰ ਵੇਖ ਕੇ ਵੀ ਇਹ ਕਾਲਾ ਜਿਹਾ ਕਿੱਥੇ ਆ ਗਿਆ, ਵਿਆਹ ਦੀ ਸ਼ਾਨ ਗੁਆਚਦੀ ਹੈ। ਤੇ ਜਗੀਰੇ ਦਾ ਵਿਆਹ ਵਾਲੇ ਮੁੰਡੇ ਦਾ ਬਾਪੂ ਕਹਿੰਦਾ ਜਗੀਰਿਆ ਤੂੰ ਐਂ ਕਰ, ਇੱਧਰ ਨੂੰ ਹੋ ਮਾੜਾ ਜਿਹਾ, ਉਰੇ ਆ, ਇੱਧਰ ਆ, ਅਸੀਂ ਫਿਰ ਬਰਾਤ ਜਾਂਦੇ, ਤੂੰ ਘਰ ਸੰਭਾਲੀ। ਤੇ ਉਹਦਾ ਪਾਸੇ ਤੇ ਉਹਦੀ ਸਦਰ ਹੁੰਦੀ ਆ ਵੀ ਮੂਵੀ 'ਚ ਮੇਰੀ ਵੀ ਮੂਰਤ ਆ ਜੀ। ਪਰ ਮੂਵੀ ਵਾਲੇ ਨੂੰ ਕਹਿ ਦਿੱਤਾ ਜਾਂਦਾ ਕਿ ਇਹ ਬੰਦੇ ਨੂੰ ਵਿੱਚ ਨਹੀਂ ਲੈਣਾ। ਤੇ ਫਿਰ ਉਹ ਜਗੀਰੇ ਨੂੰ ਅਫਸੋਸ ਇਸ ਗੱਲ ਦਾ ਨਹੀਂ ਹੁੰਦਾ ਕਿ ਮੈਂ ਬਰਾਤ ਨਹੀਂ ਗਿਆ, ਉਹਨੂੰ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਮੈਂ ਘਰ ਸੰਭਾਲਿਆ। ਪਰ ਜਗੀਰਾ ਮੂਵੀ 'ਚੋਂ ਰਹਿ ਗਿਆ। ਉਹ ਸਾਲ ਨਹੀਂ ਉਹ ਤੋਂ ਮਰਿਆ। ਉਹੀ ਗੱਲ ਬਲਦੇਵ ਸਿੰਘ ਨਾਲ ਹੋਈ ਹੈ। ਬਲਦੇਵ ਸਿੰਘ ਦਾ ਕਸੂਰ ਕੀ ਸੀ? ਬਲਦੇਵ ਸਿੰਘ ਦਾ ਕਸੂਰ ਇਹ ਸੀ ਕਿ ਮਿਸਟਰ ਸੁਖਪਾਲ ਸਿੰਘ ਖਹਿਰਾ ਨੂੰ ਜੀ ਇੱਕ ਟਵੀਟ ਕਰਕੇ ਜਾਂ ਇੱਕ ਮੇਲ ਕਰਕੇ ਵਿਰੋਧੀ ਧਿਰ ਦੇ ਜਿਹੜੀ ਲੀਡਰ ਦਾ ਅਹੁਦਾ ਸੀ ਉਹ ਤੋਂ ਹਟਾਤਾ ਆਮ ਆਦਮੀ ਪਾਰਟੀ ਵਾਲਿਆਂ ਨੇ। ਹਟਾਇਆ ਕਿਉਂ? ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਇੱਕ ਰੈਲੇਵੈਂਟ ਕੁਐਸਚਨ ਉਠਾਤਾ। ਕੁਐਸਚਨ ਕੀ ਸੀ? ਕੁਐਸਚਨ ਇਹ ਸੀ ਕਿ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਕਿਹਾ ਕਿ ਜੀ ਇਹ ਮਜੀਠੀਆ ਜਿਹੜਾ ਹੈਗਾ ਸਮਗਲਰ ਹੈ, ਸਮਗਲਰਾਂ ਦੇ ਨਾਲ ਜੁੜਿਆ ਹੋਇਆ ਹੈ, ਇਹਦੇ ਖਿਲਾਫ ਜਿਹੜੀ ਹੈਗੇ ਆ ਮੁਕੱਦਮੇ ਦਰਜ ਕੀਤੇ ਜਾਣ। ਜਦੋਂ ਸਾਡੀ ਸਰਕਾਰ ਆ ਗਈ ਸੀ ਜੋ ਕਰਾਂਗੇ, ਬਾਹ ਕਰਾਂਗੇ, ਤਿਮਕਾ ਕਰਾਂਗੇ, ਅਮਕਾ ਕਰਾਂਗੇ। ਹਰ ਥਾਂ ਦੇ ਉੱਤੇ ਤੁਸੀਂ ਇਲਜ਼ਾਮ ਲਾਇਆ ਜੀ। ਔਰ ਤੁਸੀਂ ਪਿੰਡਾਂ ਦੇ ਬਾਹਰ ਬੋਰਡ ਲਵਾਤੇ, ਪਿੰਡਾਂ ਦੇ ਵਰਕਰਾਂ ਤੋਂ ਲਿਖਵਾ ਕੇ, ਜਿਨ੍ਹਾਂ ਨੇ ਆਪੋ ਆਪਣੇ ਟੈਲੀਫੋਨ ਨੰਬਰ ਵੀ ਲਾਏ ਸੀ ਜੀ। ਪਰ ਕਿਉਂਕਿ ਮਜੀਠੀਏ ਹੋਰੀ ਵੀ ਸਿਆਣੇ ਸੀ ਬੰਦੇ, ਉਹਨਾਂ ਨੇ ਕਿਹਾ ਵਰਕਰਾਂ ਤੋਂ ਕੀ ਲੈਣਾ ਹੈ ਜੀ। ਉਹਨਾਂ ਨੇ ਡੈਫਾਮੇਸ਼ਨ ਦਾ ਕੇਸ ਕਰਤਾ ਅਰਵਿੰਦ ਕੇਜਰੀਵਾਲ ਹੋਰਾਂ ਤੇ ਜੀ। ਬੜਕ ਬੰਦਾ ਵੱਡੀ ਮਾਰ ਦਿੰਦਾ ਹੈ। ਤੇ ਫਿਰ ਜਿਵੇਂ ਕਹਿੰਦੇ ਹੁੰਦੇ ਉਹ ਤੂੰ ਮੋਕ ਮਾਰਤੀ, ਕਹਿੰਦਾ ਮੈਂ ਬਾਣੀਆਂ ਦਾ ਛੱਡਿਆ ਸੀ, ਮੁੰਡਾ ਬਾਣੀਆਂ ਦਾ ਸੀ। ਤਰੀਕ ਤੇ ਆਉਣ ਤੋਂ ਜਰਕਣ ਲੱਗ ਗਿਆ ਜੀ ਕਿ ਅੰਮ੍ਰਿਤਸਰ ਤਰੀਕ ਪੈਂਦੀ ਹੈ, ਜੇ ਮੈਂ ਤਰੀਕ ਤੇ ਜਾਣਾ ਤਾਂ ਗੱਲ ਠੀਕ ਨਹੀਂ। ਫਿਰ ਵਿੱਚ ਦੀ ਵਿਚੋਲੇ ਪਏ। ਵਿਚੋਲੇ ਪਾਉਣ ਤੋਂ ਬਾਅਦ ਕਿਹਾ ਵੀ ਮਜੀਠੀਆ ਸਾਹਿਬ ਕੇਸ ਵਾਪਸ ਲੈ ਲਓ। ਮਜੀਠੀਆ ਕਹਿੰਦਾ ਵੀ ਕੋਈ ਨਹੀਂ ਲੈ ਲਾਂਗੇ, ਮੁਆਫੀ ਮੰਗ ਲਾ ਜੀ। ਹਾਲਾਂਕਿ ਕੇਸ ਹੋਰਾਂ ਤੇ ਵੀ ਹੋਏ ਹੈ। ਸੰਜੇ ਸਿੰਘ ਵੀ ਕੇਸ ਦੀਆਂ ਪੇਸ਼ੀਆਂ ਭੁਗਤਦਾ ਹੈ। ਹੁਣ ਪਿੱਛੇ ਜੇ ਤੁਹਾਨੂੰ ਪਤਾ ਉਹਨਾਂ ਦੇ ਵਾਰੰਟ ਕੱਢਤੇ ਸੀ, ਬਿਲਕੁਲ ਉਹਨੇ ਜ਼ਮਾਨਤ ਕਰਵਾਈ ਹੈ। ਲੁਧਿਆਣੇ ਉਹ ਆਉਂਦਾ ਪੇਸ਼ੀਆਂ ਭੁਗਤਣ ਵਾਸਤੇ। ਪਰ ਸੰਜੇ ਸਿੰਘ ਕਿਉਂਕਿ ਜ਼ਮੀਨ ਨਾਲ ਜੁੜਿਆ ਵਾ, ਉਹਨੇ ਹੇਠਾਂ ਤੋਂ ਕੰਮ ਸ਼ੁਰੂ ਕੀਤਾ ਵਾ। ਉਹਨੂੰ ਅਜੇ ਸਜ਼ਾ ਹੁੰਦੀ ਹੈ ਤਾਂ ਹੋ ਜਾਣ ਦੇ ਜੀ, ਥੁੱਕ ਕੇ ਚਟੀਏ ਕਿਵੇਂ, ਕਿਉਂਕਿ ਉਹੀ ਗੱਲਾਂ ਉਹਨੇ ਕਹੀਆਂ ਸੀ। ਹਾਲਾਂਕਿ ਉਹਦੇ ਵਿੱਚ ਸਾਡਾ ਇੱਕ ਪੱਤਰਕਾਰ ਵੀ ਮਾਂਜਿਆ ਗਿਆ ਸੀ ਜੀ। ਸੁਰਿੰਦਰ ਮਾਨ ਹੁੰਦਾ ਸੀ ਹਿੰਦੁਸਤਾਨ ਟਾਈਮਜ਼ ਮੋਗਾ ਤੋਂ, ਤੇ ਸੁਰਿੰਦਰ ਮਾਨ ਨੇ ਉਹਦਾ ਉਹ ਬਿਆਨ ਛਾਪਤਾ ਸੀ। ਵਰਜਨ ਕਿਤੇ ਲੈਣਾ ਰਹਿ ਗਿਆ, ਤੇ ਜਦੋਂ ਨੋਟਿਸ ਦਿੱਤਾ ਨਾਲ ਅਖਬਾਰ ਵਾਲਿਆਂ ਨੂੰ ਜੀ, ਮੈਨੇਜਮੈਂਟ ਨੇ ਸੁਰਿੰਦਰ ਨੂੰ ਵੀ ਕੱਢਤਾ ਸੀ। ਚਲੋ ਕੁਰਬਾਨੀ ਉਹਦੀ ਗਈ ਆਈ ਵਿਚਾਰੇ ਦੀ। ਉਹ ਹੁਣ ਕਿਸ ਵੈਬਸਾਈਟ ਵਾਸਤੇ ਕਿਸੇ ਵਾਸਤੇ ਕੰਮ ਕਰਦਾ ਹੈ ਜੀ। ਪਰ ਜਦੋਂ ਸੰਜੇ ਸਿੰਘ ਪੇਸ਼ੀਆਂ ਭੁਗਤ ਸਕਦਾ ਹੈ ਤਾਂ ਨਵਜੋਤ ਸਿੰਘ ਆਪਣੇ ਕੇਜਰੀਵਾਲ ਕਿਉਂ ਨਹੀਂ ਭੁਗਤ ਸਕਦਾ? ਫਿਰ ਕੇਜਰੀਵਾਲ ਨੂੰ ਜਦੋਂ ਕਿਹਾ, ਮਜੀਠੀਏ ਦੇ ਵਿਚੋਲਿਆਂ ਨੇ ਕਿਹਾ ਜੀ ਤੈਨੂੰ ਮਾਫੀ ਮੰਗਣੀ ਪੈਣੀ ਹੈ, ਤੇ ਉਹਨੇ ਫਿਰ ਜਨਤਕ ਤੌਰ ਤੇ ਮਾਫੀ ਮੰਗੀ, ਲਿਖਤੀ ਮਾਫੀ ਮੰਗੀ, ਕੇਸ ਵਾਪਸ ਲੈ ਲਿਆ। ਇਹਦੇ ਤੇ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਸਾਹਿਬ, ਜਿਹੜੇ ਇਹ ਲੋਕ ਸੀ 7 ਬੰਦੇ ਸੀ ਆਮ ਆਦਮੀ ਪਾਰਟੀ ਦੇ, 7 ਨੇ ਇੱਕ ਕੁਐਸਚਨ ਖੜਾ ਕਰਤਾ। ਅੱਛਾ ਜੀ। ਕਿ ਤੁਸੀਂ ਕਹਿੰਦੇ ਸੀਗੇ ਜੀ ਅਸੀਂ ਬੜੀ ਇੱਕ ਵੱਖਰੀ ਨਿਆਰੀ ਪਾਰਟੀ ਹੈ, ਤੇ ਇਹ ਤੁਸੀਂ ਕੀਤਾ ਕੀ? ਇਹ ਤੁਹਾਡੇ ਵਾਸਤੇ ਜੋ ਕੁਛ ਕੀਤਾ ਹੈ ਠੀਕ ਨਹੀਂ, ਤੁਸੀਂ ਗਲਤ ਕੀਤਾ ਹੈ।
ਅਸੀਂ ਆਪਣੇ ਵਰਕਰਾਂ ਨੂੰ ਮੂੰਹ ਕਿਵੇਂ ਦਿਖਾਵਾਂਗੇ, ਅਸੀਂ ਲੋਕਾਂ ਦਾ ਸਾਹਮਣਾ ਕਿਵੇਂ ਕਰਾਂਗੇ ਜੋ ਸਾਡੇ ਲੀਡਰ ਨੇ ਮਾਫੀ ਮੰਗ ਲਈ। ਜੀ ਚਲੋ ਇਸ ਗੱਲ ਦੇ ਉੱਤੇ ਹੋ ਗਿਆ ਵੀ ਜੋ ਹੋ ਗਿਆ ਸੋ ਹੋ ਗਿਆ। ਕੇਜਰੀਵਾਲ ਜੀ ਹੁਣ ਇੰਨੀ ਕਿਰਪਾ ਕਰ ਦਿਓ ਕਿ ਸਾਡੀ ਪਾਰਟੀ ਨੂੰ ਪੰਜਾਬ ਦੇ ਫੈਸਲੇ ਲੈਣ ਦੀ ਖੁਦ ਮੁਖਤਿਆਰੀ ਦੇ ਦਿਓ। ਬਿਲਕੁਲ। ਜੇ ਖੁਦ ਮੁਖਤਿਆਰੀ ਮਿਲਦੀ ਹੈ ਤਾਂ ਫਿਰ ਉਹਨਾਂ ਦਾ ਫੈਸਲਾ ਇਹ ਹੋਣਾ ਸੀ ਕਿ ਅਗਲਾ ਮੁੱਖ ਮੰਤਰੀ ਕੌਣ ਹੋਊ, ਇਹ ਪੰਜਾਬ ਦੀ ਪਾਰਟੀ ਨੇ ਬੈਠ ਕੇ ਤੈਅ ਕਰਨਾ ਸੀ। ਪਰ ਕਿਉਂਕਿ ਇਹ ਗਿੱਦੜ ਸਿੰਘੀ ਵੀ ਆਪਣੇ ਕੋਲੇ ਰੱਖਣੇ ਚਾਹੁੰਦੇ ਸੀ ਕੇਜਰੀਵਾਲ ਸਾਹਿਬ, ਇਹੀ ਕਾਰਨ ਹੈ ਕਿ ਹੁਣ ਤੱਕ ਭਗਵੰਤ ਮਾਨ ਦਾ ਨਾਂ ਅਨਾਉਂਸ ਨਹੀਂ ਕੀਤਾ। ਬਿਲਕੁਲ ਬਿਲਕੁਲ। ਹਾਲਾਂਕਿ ਜੇ ਆਪਾਂ ਦੇਖੀਏ ਨਿਉਂਦੇ ਪਾਲੋ ਸਲਾਮੀ ਪਾਲੋ, ਕੱਲੇ ਭਗਵੰਤ ਮਾਨ ਤੋਂ ਬਗੈਰ ਹੈ ਕੌਣ। ਆ ਜਿਹੜੀ ਲੇਟੈਸਟ ਮੀਟਿੰਗ ਹੋਈ ਹੈ BSF ਦੇ ਮੁੱਦੇ ਤੇ, ਜੋ ਕੁਝ ਭਗਵੰਤ ਮਾਨ ਨੇ ਅੰਦਰ ਤਾਂ ਪਤਾ ਨਹੀਂ ਕੀ ਕਿਹਾ, ਲੇਕਿਨ ਬਾਹਰ ਆ ਕੇ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਬਹਿਜਾ ਕਰਵਾਤੀ ਜੀ। ਉਹਨੇ ਜਦੋਂ ਸਵਾਲ ਕੀਤੇ ਕਿ ਇਹਨਾਂ ਚੀਜ਼ਾਂ ਦਾ ਮੈਨੂੰ ਜਵਾਬ ਦਿਓ, ਉਹਨੇ ਪੀ ਚਿਦੰਬਰਮ ਵਾਲੀ ਗੱਲ ਲਿਆ ਕੇ ਕੱਢ ਕੇ ਰੱਖਤੀ ਕਿ 2012 ਦੇ ਵਿੱਚ NIA ਇਹਨਾਂ ਨੇ ਬਣਾਈ ਸੀ। ਉਹਨੇ ਲਿਆ ਕੇ ਰੱਖਤਾ ਕਿ ਅਕਾਲੀ ਦਲ ਵਾਲਿਆਂ ਨੇ ਤਾਂ ਜਿਹੜੀ ਜਦੋਂ ਸਰਕਾਰ ਸੀ ਇੱਥੇ ਵਿਰੋਧ ਤਾਂ ਕੀ ਕਰਨਾ ਸੀ, ਰਹੀ ਨਹੀਂ ਭੇਜੀ ਵਗੈਰਾ ਵਗੈਰਾ, ਉਹ ਸਾਰਾ ਕੁਝ ਸੀ। ਚਲੋ ਹੋਇਆ ਕੀਤਾ ਜੀ, ਜਦੋਂ ਉਹ 7 ਬੰਦੇ ਪਾਸੇ ਹੋ ਗਏ ਤੇ ਉਹਨਾਂ 'ਚ ਇੱਕ ਬਲਦੇਵ ਸਿੰਘ ਵੀ ਸੀ ਜੀ। ਬਲਦੇਵ ਸਿੰਘ ਸੀ ਤੇ ਮੁੜ ਕੇ 2019 ਦੀਆਂ ਚੋਣਾਂ ਆ ਗਈਆਂ। ਫਿਰ ਕਹਿੰਦੇ ਜੀ ਆਪਾਂ ਚੋਣਾਂ ਲੜ ਲਈਏ। ਚੋਣਾਂ ਲੜਨ ਵਾਸਤੇ ਖਹਿਰਾ ਸਾਹਿਬ ਬਠਿੰਡੇ ਆ ਗਏ, ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਇਹਨਾਂ ਨੇ ਨਵੀਂ ਪਾਰਟੀ ਪੰਜਾਬ ਪਾਰਟੀ ਬਣਾ ਲਈ। ਉਹ ਪੰਜਾਬੀ ਪਾਰਟੀ ਜਾਂ ਪੰਜਾਬ ਪਾਰਟੀ ਬਣਾ ਕੇ ਇਹਨੇ ਉਸ ਪਾਰਟੀ ਤੋਂ ਚੋਣ ਲੜ ਲਈ। ਬਲਦੇਵ ਸਿੰਘ ਨੇ ਚੋਣ ਲੜ ਲਈ ਫਰੀਦਕੋਟ ਤੋਂ। ਦੋਨਾਂ ਨੇ ਅਸਤੀਫੇ ਵੀ ਭੇਜਤੇ ਸੀ, ਅਸਤੀਫੇ ਮਨਜ਼ੂਰ ਨਹੀਂ ਹੋਏ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਮਾਮਲਾ ਲਟਕਦਾ ਆਇਆ। ਫਿਰ ਬਲਦੇਵ ਸਿੰਘ ਨੇ ਦੇਖਿਆ ਕਿ ਗਲਤੀ ਕਰ ਲਈ, ਮੈਂ ਤਾਂ ਐਵੇਂ ਲੱਤ ਵੀ ਵੜਾ ਬੈਠਾ ਤੇ ਗੱਲ ਬਣੀ ਨਹੀਂ। ਉਹਨੇ ਜੀ ਘਰ ਵਾਪਸੀ ਕਰ ਲਈ, ਆਮ ਆਦਮੀ ਪਾਰਟੀ 'ਚ ਫਿਰ ਚਲਾ ਗਿਆ। ਫਿਰ ਕਿਸੇ ਨੇ ਕੋਈ ਪਟੀਸ਼ਨ ਵਗੈਰਾ ਪਾਤੀ ਜੀ ਤੁਸੀਂ ਇਹਨਾਂ ਦਾ ਕੁਝ ਕਰਦੇ ਕਿਉਂ ਨਹੀਂ। ਦੂਜੇ ਪਾਸੇ ਕੀ ਹੋਇਆ ਕਿ ਸੁਖਪਾਲ ਸਿੰਘ ਖਹਿਰਾ ਉਹਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ, ਨਾਲ 2 ਹੋਰ ਲੈ ਗਿਆ, ਪਿਰਮਲ ਸਿੰਘ ਨੂੰ ਵੀ ਲੈ ਗਿਆ ਤੇ ਜਗਦੇਵ ਸਿੰਘ ਕਮਾਲੂ ਨੂੰ ਵੀ ਲੈ ਗਿਆ। ਹੁਣ ਉਹਨੇ ਜਦੋਂ ਪਾਰਟੀ ਜੁਆਇਨ ਕਰ ਲਈ ਤੇ ਫਰਕ ਫਿਰ ਉੱਥੇ ਆ ਗਿਆ। ਉੱਥੇ ਕਹਿੰਦੇ ਲਓ ਜੀ ਸਪੀਕਰ ਸਾਹਿਬ ਬੜੇ ਵਧੀਆ ਬੰਦੇ ਐ, ਮੈਂ ਉਹਨਾਂ ਦਾ ਕਦਰਦਾਨ ਹਾਂ, ਪਰ ਸਪੀਕਰ ਸਾਹਿਬ ਦੇ ਇਸ ਵਿਵੇਕ ਦੇ ਉੱਤੇ, ਇਸ ਤਰਕ ਦੇ ਉੱਤੇ ਥੋੜਾ ਜਿਹਾ ਮੈਨੂੰ ਅਫਸੋਸ ਵੀ ਹੈ ਜੀ ਕਿ ਜੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੁਖਪਾਲ ਸਿੰਘ ਖਹਿਰਾ ਨੇ, ਉਹਨੂੰ ਤਾਂ ਕਹਿਤਾ ਜੀ ਇਹਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ। ਉਹਦਾ ਅਸਤੀਫਾ ਪ੍ਰਵਾਨ ਕਰਤਾ। ਉਹੀ ਅਸਤੀਫਾ ਜਿਹੜਾ ਦਿੱਤਾ ਸੀ ਬਲਦੇਵ ਸਿੰਘ ਨੇ, ਉੱਥੇ ਵੀ ਲਿਖ ਸਕਦੇ ਸੀ ਜੀ ਇਹ ਪ੍ਰਵਾਨ ਕਰ ਲਿਆ, ਪਰ ਉਹਨੂੰ ਕੀ ਕੀਤਾ, ਡਿਸਕੁਆਲੀਫਾਈ ਕਰਕੇ ਹੁਣ ਹੋਇਆ ਕੀ ਹੈ, ਉਹ ਮਾਸਟਰ ਸੀ, ਵਿਚਾਰੇ ਨੂੰ ਕੁਝ ਤਨਖਾਹ ਮਿਲਦੀ ਸੀ, ਪੜਾਉਂਦਾ ਸੀ ਬੱਚਿਆਂ ਨੂੰ, ਰਿਟਾਇਰ ਹੋ ਜਾਂਦਾ, ਬੁਢਾਪੇ ਦੇ ਵਿੱਚ ਦਵਾਈ ਬੂਟੀ ਲੈਣ ਲੱਗ ਜਾਂਦਾ, ਜੇ ਉਹਦੀ ਪੈਨਸ਼ਨ ਆ ਜਾਂਦੀ। ਹੁਣ ਉਹਦੀ ਕੀ ਸੀ ਸਥਿਤੀ ਕਿ ਵਿਧਾਇਕ ਦੀ ਜਿਹੜੀ ਉਹਨੂੰ ਪੈਨਸ਼ਨ ਮਿਲਣੀ ਸੀ ਡਿਸਕੁਆਲੀਫਾਈ ਹੋਣ ਨਾਲ ਉਹ ਖਤਮ ਹੋ ਗਈ। ਸਾਰੇ ਸਹੂਲਤਾਂ ਹੀ ਗਈਆਂ। ਸੋ ਵਿਧਾਇਕੀ ਖਤਮ ਹੋ ਗਈ ਜੀ। ਵਿਧਾਇਕੀ ਤਾਂ ਚਲੋ ਖਤਮ ਹੋਣੀ ਸੀ, ਜੇ ਅਸਤੀਫਾ ਦੇ ਦਿੰਦਾ ਫਿਰ ਵੀ ਖਤਮ ਹੋਣੀ ਸੀ, ਲੇਕਿਨ ਜਿਹੜੀ 70-80 ਹਜ਼ਾਰ ਰੁਪਈਆ ਉਹਨੂੰ ਪੈਨਸ਼ਨ ਮਿਲਣੀ ਸੀ, ਉਹ ਪੈਨਸ਼ਨ ਚਲੀ ਗਈ। ਹੁਣ ਸੁਖਪਾਲ ਸਿੰਘ ਖਹਿਰੇ ਨੇ ਤਾਂ ਦੇਣੀ ਨਹੀਂ, ਨਾ ਉਹ ਭਗਵੰਤ ਮਾਨ ਨੇ ਦੇਣੀ ਹੈ, ਨਾ ਕੇਜਰੀਵਾਲ ਨੇ ਦੇਣੀ ਹੈ, ਤੇ ਜਗੀਰਾ ਮੂਵੀ ਚੋਂ ਰਹਿ ਗਿਆ। ਢਿੱਲੋਂ ਸਾਹਿਬ ਵਾਕਿਆ ਮੈਂ ਨਾ ਕੱਲ ਬਹੁਤ ਵੀ ਰੀਅਲੀ ਬੜਾ ਅਫਸੋਸ ਹੋਇਆ ਵੀ ਯਾਰ ਦੱਸੋ ਫਿਰ ਇਹਦਾ ਮਤਲਬ ਤਾਂ ਫਿਰ ਉਹ ਮੈਂ ਤਾਂ ਫਿਰ ਸਿੱਧੀ ਗੱਲ ਕਹਿੰਦਾ ਵੀ ਸੁਖਪਾਲ ਖਹਿਰਾ ਤਾਂ ਫਿਰ ਕਹਿੰਦੇ ਉੱਠ ਵੜਿਆ ਸੀ ਆਮ ਆਦਮੀ ਪਾਰਟੀ 'ਚ ਵੀ ਤਬਾਹ ਕਰਕੇ ਆ ਜੀ, ਮੁੜ ਕੇ ਕਰੇ ਆ ਜੀ। ਚਲੋ ਉਹ ਇੱਕ ਵੱਖਰੀ ਗੱਲ ਹੈ, ਪਰ ਇੱਥੇ ਤਾਂ ਰੋਲ ਸਪੀਕਰ ਦਾ ਹੈ। ਸਪੀਕਰ ਸਾਹਿਬ ਨੇ ਘੱਟੋ ਘੱਟ ਇਹਦਾ ਦੇਖਣਾ ਸੀ ਨਾ ਵੀ ਜੇ ਦੋਨਾਂ ਨੇ ਇਕੱਠਿਆਂ ਨੇ ਚੋਣ ਲੜੀ, ਉਹਨੇ ਬਠਿੰਡੇ ਤੋਂ ਲੜ ਲਈ, ਉਹਨੇ ਫਰੀਦਕੋਟ ਤੋਂ ਲੜ ਲਈ, ਉਹਨੇ ਵੀ 4.5% ਵੋਟਾਂ ਲਈਆਂ, ਉਹਨੇ ਲੜ ਲਈ। ਜੇ ਸੁਖਪਾਲ ਸਿੰਘ ਖਹਿਰੇ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਉਹਦਾ ਵੀ ਕਰੋ ਨਾ, ਉਹਨੂੰ ਡਿਸਕੁਆਲੀ, ਇਹ ਨਹੀਂ ਆਪਾਂ ਕਹਿੰਦੇ ਕਿ ਉਹਨੂੰ ਕਿਉਂ ਉਹਨੂੰ ਉਹ ਵੀ ਕਰ ਲੈਂਦੇ ਵੀ ਘੱਟੋ ਘੱਟ ਉਹਦੇ ਕੋਲ ਪੈਨਸ਼ਨ ਰਹਿ ਜਾਂਦੀ, ਜਾਂ ਇਹਨੂੰ ਵੀ ਡਿਸਕੁਆਲੀਫਾਈ ਕਰਦੇ। ਪਰ ਕਿਉਂਕਿ ਉਹ ਕਾਂਗਰਸ ਪਾਰਟੀ 'ਚ ਆ ਗਿਆ, ਕਾਂਗਰਸ ਪਾਰਟੀ 'ਚ ਆਉਣ ਕਰਕੇ ਉਹ ਆਪਦੀ ਪਾਰਟੀ ਦਾ ਬੰਦਾ, ਉਹਨੂੰ ਹੁਣ ਟਿਕਟ ਵੀ ਦੇਣੀ ਹੈ। ਉਹਦੇ ਹੁਣ ਬਲਦੇਵ ਸਿੰਘ ਦੀ ਕੋਈ ਹੈ ਵੀ ਉਹ ਨਵਾਂ ਰੋਡਾ ਲੱਗੂਗਾ, ਉੱਥੇ ਮੁਕਾਬਲਾ ਕਰੂਗਾ, ਉਹ ਆਮ ਆਦਮੀ ਪਾਰਟੀ ਵੱਲੋਂ ਵੀ ਲੜਨ ਜੋਗਰਾ ਨਾ ਰਵੇ, ਕਿਉਂਕਿ ਬੰਦਾ ਨਿਰਾਸ਼ ਹੋ ਜਾਂਦਾ। ਤੇ ਹੁਣ ਚਰਚਾ ਆਪਾਂ ਪਹਿਲੇ ਮੈਂ ਕੀਤੀ ਸੀਗੀ ਕਿ ਦਿਨ ਰਾਤ ਕੰਮ ਹੋ ਰਿਹਾ ਟਰਾਂਸਪੋਰਟ ਮਹਿਕਮੇ ਦੇ ਵਿੱਚ, ਤੇ ਅਫਸਰਾਂ ਨੂੰ ਵੀ ਜਿਹੜੇ ਭੱਜ ਗਏ ਸੀ ਛੁੱਟੀਆਂ ਲੈ ਕੇ, ਉਹਨਾਂ ਨੂੰ ਵੀ ਕਿਹਾ ਸੀ ਵੀ ਆ ਜਾ ਦਸਤਖਤ ਤੇਰੇ ਤੋਂ ਹੀ ਕਰਾਉਣੇ ਆ, ਫਿਰ ਕਰਤੇ ਜੀ 806 ਪਰਮਿਟਾਂ ਤੇ। ਹਾਂਜੀ 806 ਤੇ ਕਰਤੇ, ਤੇ ਜੇ ਰਹਿੰਦੇ ਬਹੁਤ ਸਾਰੇ। ਅੱਛਾ ਜੀ। ਇਹਦੇ ਤੇ ਵੀ ਪ੍ਰਤੀਕਰਮ ਆ ਗਿਆ। ਮਾਨਸਾ ਤੋਂ ਇੱਕ ਵਕੀਲ ਹੈ ਮਿਸਟਰ ਸ਼ਰਮਾ ਜੀ, ਸ਼ਰਮੇ ਨੇ ਕਿਹਾ ਹੈ ਕਿ ਇੱਕ ਜਿਹੜੀ ਹੈਗੀ ਹੈ
ਸਿਵਲ ਰਿਟ ਪਟੀਸ਼ਨ, ਉਸ ਸਿਵਲ ਰਿਟ ਪਟੀਸ਼ਨ ਦੇ ਇੱਕ ਹਿੱਸੇ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ। ਜੀ ਜੇ ਉਹ ਵੀ ਲਾਗੂ ਹੋ ਜੇ ਤਾਂ 806 ਦੀ ਗਿਣਤੀ ਵੱਧ ਕੇ ਕਿਤੇ ਜਾ ਸਕਦੀ ਹੈ। ਪਰ ਜੇ ਕੁੱਲ ਮਿਲਾ ਕੇ ਆਪਾਂ ਦੇਖੀਏ ਤਾਂ ਬਹੁਤ ਲੰਬੇ ਅਰਸੇ ਬਾਅਦ ਜੀ ਬਹੁਤ ਲੰਬੇ ਅਰਸੇ ਬਾਅਦ ਘੱਟੋ ਘੱਟ ਲੋਕਾਂ ਨੂੰ ਇਹ ਯਕੀਨ ਹੋਇਆ ਹੈ ਕਿ ਯਾਰ ਕੋਈ ਵਜ਼ੀਰ ਕੰਮ ਕਰਨ ਵਾਲਾ ਹੈਗਾ। ਜੀ ਬਿਲਕੁਲ। ਇਸ ਵੇਲੇ ਦਾ ਇਹ ਸਭ ਜੋ ਲੋਕਾਂ ਦੀ ਹਾਲਤ ਹੈ, ਕਿਸੇ ਵੀ ਪੋਲੀਟੀਕਲ ਪਾਰਟੀ ਦੀ ਕ੍ਰੈਡੀਬਿਲਿਟੀ ਨਹੀਂ ਰਹੀ। ਜੀ ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਉਹ ਕੈਪਟਨ ਦੀ ਬਣਨ ਵਾਲੀ ਪਾਰਟੀ ਹੈ ਜਿਹੜੀ ਨੇ ਅਜੇ ਜਨਮ ਧਾਰਨਾ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ। ਜੀ ਤੇ ਲੀਡਰਾਂ ਦੀ ਕ੍ਰੈਡੀਬਿਲਿਟੀ ਵੀ ਨਹੀਂ ਰਹੀ। ਮੈਂ ਇਕੱਲੀ ਪੋਲੀਟੀਕਲ ਪਾਰਟੀਆਂ ਦੀ ਗੱਲ ਨਹੀਂ ਕਰਦਾ, ਮੈਂ ਸਾਡੇ ਵਾਲੇ ਮਹਿਕਮੇ ਦੀ ਵੀ ਗੱਲ ਕਰਦਾ, ਮੀਡੀਆ ਦੀ ਵੀ ਗੱਲ ਕਰਦਾ। ਅੱਜ ਕੱਲ੍ਹ ਮੀਡੀਆ ਦੀ ਕ੍ਰੈਡੀਬਿਲਿਟੀ ਵੀ ਜ਼ੀਰੋ ਹੋਈ ਹੈ। ਮੀਡੀਆ ਦੀ ਕ੍ਰੈਡੀਬਿਲਿਟੀ ਹੁਣ ਕੋਈ ਇਹ ਨਹੀਂ ਦੇਖਦਾ ਕਿ ਅਖਬਾਰ ਕਿੱਡਾ ਵੱਡਾ ਹੈ। ਜੀ ਕਿਉਂਕਿ ਅਖਬਾਰਾਂ ਦੇ ਮਾਲਕ, ਅਖਬਾਰਾਂ ਦੀ ਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਮੈਨੇਜ ਹੋ ਜਾਂਦੀ ਹੈ। ਹੁਣ ਕਈ ਵਾਰੀ ਜੇ ਦੇਖਦੇ ਆ ਨਾ ਕਿਸੇ ਅਖਬਾਰ ਦੇ ਵਿੱਚ ਖਬਰ, ਜੀ ਤਾਂ ਕੋਈ ਅਫਸਰ ਹੋਵੇ ਤੇ ਚਾਹੇ ਕੋਈ ਪੋਲੀਟੀਕਲ ਬੰਦਾ ਹੋਵੇ ਤੇ ਉਹ ਪੁੱਛਦਾ ਹੈ ਕਿਹੜੇ ਪੱਤਰਕਾਰ ਦੀ ਹੈ। ਹੁਣ ਅਖਬਾਰਾਂ ਦੇ ਨਾਲੋਂ ਟੀਵੀ ਚੈਨਲਾਂ ਦੇ ਨਾਲੋਂ ਪੱਤਰਕਾਰਾਂ ਦੀ ਕੋਈ ਮਾੜੀ ਮੋਟੀ ਕ੍ਰੈਡੀਬਿਲਿਟੀ ਹੈਗੀ, ਬੰਦਾ ਉਹ ਵੀ ਹੈ ਨਹੀਂ। ਸੇਮ ਪੋਜੀਸ਼ਨ ਹੈ ਜੀ, ਤੇ ਇਹੀ ਪੋਲੀਟੀਕਲ ਬੰਦਿਆਂ ਦੀ ਸਥਿਤੀ ਹੈ। ਹੁਣ ਜੇ ਆਪਾਂ ਇਹ ਦੇਖੀਏ ਕਿ 1997 ਤੋਂ ਇਹ ਕੰਮ ਸ਼ੁਰੂ ਹੋਇਆ ਸੀ, ਜੀ ਜਿਹੜੇ ਐਕਸਟੈਂਡ ਕੀਤੇ ਜਾ ਰਹੇ ਸੀਗੇ ਰੂਟ, ਐਕਸਟੈਂਡ ਕਰਦਿਆਂ ਰੂਟਾਂ ਨੇ ਇੱਕ ਵਾਰੀ 24 ਕਿਲੋਮੀਟਰ ਐਕਸਟੈਂਡ ਕੀਤਾ ਜਾ ਸਕਦਾ ਹੈ। ਜੀ ਲੇਕਿਨ ਕਈ ਵਾਰੀ ਐਕਸਟੈਂਡ ਕਰਤੇ ਕਿਸੇ ਨੇ ਉਹਨੂੰ ਪੁੱਛਿਆ ਤੱਕ ਨਹੀਂ। 50-50 ਦਾ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ 50-50 ਦਾ ਫਾਰਮੂਲਾ ਸੀ। ਜੀ ਜੀ 50% ਤੋਂ ਬੱਸਾਂ ਵੱਧ ਨਹੀਂ ਹੋ ਸਕਦੀਆਂ ਸੀ, ਲੇਕਿਨ ਐਕਸਟੈਂਡ ਕਰਾਉਂਦੇ ਉਹਨਾਂ ਨੇ ਸਟੇਟ ਸੈਕਟਰ ਦਾ ਪੱਠਾ ਬਹਾਤਾ। ਤੇ ਸਟੇਟ ਸੈਕਟਰ ਦਾ ਪੱਠਾ ਬਹਾਉਣ ਤੋਂ ਬਾਅਦ ਜਿਹੜਾ ਹੈਗਾ ਪ੍ਰਾਈਵੇਟ ਸੈਕਟਰ ਦੇ ਵਿੱਚੋਂ ਕੁਝ ਘਰਾਣਿਆਂ ਨੂੰ ਜੀ ਜੀ ਜਿਹੜੀਆਂ ਉਹ ਮੌਜਾਂ ਲਹਿਰਾਂ ਬਹਿਰਾਂ ਕਰਾਤੀਆਂ। ਕੁਝ ਘਰਾਣਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਕੁਝ ਘਰਾਣਿਆਂ ਦੇ ਵਿੱਚ ਕੁਝ ਬੰਦੇ ਹੀ ਆਉਂਦੇ ਜੀ, ਕੁਝ ਪਰਿਵਾਰ ਹੀ ਆਉਂਦੇ ਹੈ। ਜਿਹੜੇ ਹੁਣ ਇਹਨਾਂ ਨੇ ਰੂਟ ਪਰਮਿਟ ਕੈਂਸਲ ਕੀਤੇ ਹੈ ਜੀ, ਉਹਦੇ ਵਿੱਚ ਦੇਖੀਏ ਆਪਾਂ ਕੰਪਨੀਆਂ ਦੇਖ ਲਓ ਤੁਸੀਂ ਕਿਹੜੀਆਂ ਆਉਂਦੀਆਂ ਜੀ। ਇਹਦੇ ਵਿੱਚ ਆਉਂਦੀ ਹੈ ਰਾਜਧਾਨੀ ਜੀ, ਔਰਬਿਟ, ਤਾਜ ਟਰੈਵਲਸ ਜੀ, ਹੋਰ ਵੀ ਕਾਫੀ ਸਾਰੀਆਂ। ਇਹ ਜਿਹੜੇ ਹੈਗੇ ਆ ਜੀ 30,000 ਕਿਲੋਮੀਟਰ ਰੋਜ਼ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜਿਹੜੇ ਐਕਸਟੈਂਡਡ ਰੂਟ ਸੀ 30,000 ਕਿਲੋਮੀਟਰ ਰੋਜ਼ ਸਫ਼ਰ ਕਰਦੀਆਂ ਸੀ। ਔਰ ਆਹ ਜਿਹੜੀਆਂ 3 ਕੰਪਨੀਆਂ ਦਾ ਮੈਂ ਨਾਂ ਲਿਆ ਹੈ, ਇਹਦੀ ਮਲਕੀਅਤ ਕਿਹਦੀ ਹੈ ਜੀ? ਬਾਦਲ ਪਰਿਵਾਰ ਦੀ। ਜੀ, ਬਾਦਲ ਪਰਿਵਾਰ ਦੀ ਮਲਕੀਅਤ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 1997 ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਜੀ, ਉਦੋਂ ਤੋਂ ਇਹ ਕੰਮ ਸ਼ੁਰੂ ਹੋ ਗਿਆ। 1997 ਤੋਂ ਬਾਅਦ ਫਿਰ 2002 ਤੋਂ ਲੈ ਕੇ 7 ਤੱਕ ਆ ਗਈ ਕੈਪਟਨ ਸਾਹਿਬ ਦੀ ਸਰਕਾਰ। ਜੀ, ਉਦੋਂ ਕਿਸੇ ਨੇ ਇਹਨਾਂ ਦੀ ਬਾਤ ਨਹੀਂ ਪੁੱਛੀ। ਕੈਪਟਨ ਦੀ ਸਰਕਾਰ ਨੇ ਵੀ ਕੱਖ ਨਹੀਂ ਕੀਤਾ ਉਸ ਸਮੇਂ 'ਚ, ਵੀ ਜੋ ਲੁੱਟਮਾਰ ਚੱਲਦੀ ਹੈ ਚੱਲੀ ਜਾਣ ਦਿਓ ਜੀ। ਉਹ ਤੋਂ ਬਾਅਦ ਫਿਰ 7 ਤੋਂ ਲੈ ਕੇ 17 ਤੱਕ ਫੇਰ ਆ ਗਈ। 11 ਦੇ ਵਿੱਚ ਆ ਕੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ 12 ਚੋਣਾਂ ਹੋਣਗੀਆਂ ਤੇ 12 ਚ ਆਪਾਂ ਜਾ ਸਕਦੇ ਹਾਂ ਜੀ, ਉਦੋਂ ਜਿਹੜੇ ਗੋਰਖ ਧੰਦੇ ਕੀਤੇ ਸੀ ਸਾਰੇ ਉਹਨਾਂ ਨੂੰ ਕਾਨੂੰਨੀ ਰੂਪ ਦਿੱਤਾ, ਕੈਬਨਿਟ ਚੋਂ ਪਾਸ ਕਰਤਾ ਵੀ ਠੀਕ ਹੈ ਜੀ, ਇਹਨਾਂ ਨਾਲ ਹੁਣ ਛੇੜਛਾੜ ਨਹੀਂ ਹੋ ਸਕਦੀ ਜੀ। ਚਲੋ ਮਾਮਲਾ ਕੁਝ ਮਿੰਨੀ ਬੱਸਾਂ ਦਾ ਵੀ ਸੀ, ਉਹ ਹਾਈ ਕੋਰਟ ਚਲੇ ਗਏ। ਹਾਈ ਕੋਰਟ ਦੇ ਵਿੱਚ ਉਹਨਾਂ ਦੇ ਹੱਕ 'ਚ ਫੈਸਲਾ ਹੋ ਗਿਆ ਜੀ, ਉਹਨਾਂ ਦੇ ਖਿਲਾਫ ਅਪੀਲ ਹੋ ਗਈ। ਪੰਜਾਬ ਸਰਕਾਰ ਨੇ ਕੋਈ ਅਪੀਲ ਨਹੀਂ ਦਾਇਰ ਕੀਤੀ। ਪੰਜਾਬ ਸਰਕਾਰ ਨੇ ਕੋਈ ਅਪੀਲ ਨਹੀਂ ਕੀਤੀ, ਇਹਨਾਂ ਕੰਪਨੀਆਂ ਨੇ ਕੋਈ ਅਪੀਲ ਨਹੀਂ ਕੀਤੀ ਜੀ। ਇਹਦੇ ਬਾਵਜੂਦ ਵੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ, ਕਿਉਂਕਿ 12 ਦੀ ਸਰਕਾਰ ਫਿਰ ਇਹਨਾਂ ਦੀ ਬਣ ਗਈ, 17 ਤੱਕ ਆ ਗਈ। 17 ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਰਹਿ ਗਈ 4.5 ਸਾਲ ਸਰਕਾਰ, ਤੇ ਕਾਰਵਾਈ ਫੇਰ ਨਹੀਂ ਹੋਈ। ਕਿਉਂ ਨਹੀਂ ਹੋਈ? ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਰਾਜ ਪ੍ਰਬੰਧ ਚਲਾਉਣ ਵਾਸਤੇ ਇੱਕ ਅਫਸਰ ਰੱਖਿਆ ਸੀ। ਅੱਛਾ ਜੀ, ਜਿਹਨੂੰ ਚੀਫ ਪ੍ਰਿੰਸੀਪਲ ਸੈਕਟਰੀ ਕਿਹਾ ਗਿਆ। ਉਹਦਾ ਨਾਂ ਸੀ ਸੁਰੇਸ਼ ਕੁਮਾਰ। ਕਹਿੰਦੇ ਜੀ ਬੰਦਾ ਬੜਾ ਇਮਾਨਦਾਰ ਹੈ। ਇਮਾਨਦਾਰ ਬੰਦਾ ਉਹ ਹੁੰਦਾ ਜਿਹੜਾ ਆਪ ਪੈਸੇ ਨਾ ਲਵੇ, ਆਪਾਂ ਉਹਨੂੰ ਇਮਾਨਦਾਰੀ ਨਹੀਂ ਕਹਿ ਸਕਦੇ। ਜੇ ਉਹਦੇ ਰਜੀਮ ਦੇ ਵਿੱਚ ਪੈਸੇ ਲਏ ਜਾਂਦੇ ਹੈ, ਉਹ ਤਾਂ ਫਿਰ ਇਮਾਨਦਾਰ ਨਹੀਂ ਹੈ, ਉਹ ਬਰਾਬਰ ਦਾ ਹੱਕਦਾਰ ਹੈ। ਉਹ ਵੀ ਬੇਈਮਾਨੀ ਹੈ। ਜੇ ਸੁਰੇਸ਼ ਕੁਮਾਰ, ਇਹ ਸਾਰੇ ਸੁਰੇਸ਼ ਕੁਮਾਰ ਦੀ ਨਜ਼ਰਸਾਨੀ ਥੱਲੇ ਸਾਰੇ ਕੰਮ ਹੁੰਦੇ ਸੀ। ਸੁਰੇਸ਼ ਕੁਮਾਰ ਤਾਂ ਜ਼ਿੰਮੇਵਾਰ ਸੀ, ਕੈਪਟਨ ਅਮਰਿੰਦਰ ਸਿੰਘ ਵੀ ਜ਼ਿੰਮੇਵਾਰ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ। ਮੁੱਖ ਮੰਤਰੀ ਦਾ ਮਤਲਬ ਇਕੱਲਾ ਇਹ ਨਹੀਂ ਕਿ ਤੁਸੀਂ ਸੀਸਮਾ ਫਾਰਮ ਦੇ ਵਿੱਚ ਸੌਂ ਜਾਓ ਜਾ ਕੇ। ਉਹਦਾ ਮਤਲਬ ਇਹ ਹੈ ਕਿ ਉਹ ਆਪਣਾ ਥੱਲੇ ਦੇਖੇ ਕਿ ਮੇਰਾ ਕੰਮ ਠੀਕ ਹੋ ਰਿਹਾ ਕਿ ਨਹੀਂ ਹੋ ਰਿਹਾ। ਲਓ ਜੀ, ਇਹ ਹੁਣ ਜਿਹੜੀ ਗੱਲ ਆਪਾਂ ਕੱਲ ਕਰਦੇ ਸੀ ਵੀ ਉਹ ਜਨਮ ਪੱਤਰੀ ਖੋਲਣੀ ਪੈਣੀ ਹੈ, ਤੇ ਫਿਰ ਅੱਜ ਉਹ ਜਨਮ ਪੱਤਰੀ ਖੋਲ ਲੈਣੀ ਜੀ। ਇੱਕ ਅਫਸਰ ਹੁੰਦਾ ਸੀ ਜੀ, ਅੱਜ ਵੀ ਹੈਗਾ ਜੀ, ਜਿਹਦਾ ਨਾਂ ਹੈਗਾ ਡਾਕਟਰ ਅਮਰਪਾਲ ਸਿੰਘ। ਹਾਂਜੀ, ਇਹ ਡਾਕਟਰ ਅਮਰਪਾਲ ਸਿੰਘ ਜਿਹੜਾ ਹੈਗਾ ਜੀ, ਅੱਜ ਕੱਲ੍ਹ ਇਹ IAS ਹੈ। ਹਾਂਜੀ, ਵੈਸੇ ਬੁਨਿਆਦੀ ਤੌਰ ਤੇ IAS ਹੈ ਨਹੀਂ ਸੀ, ਇਹ PCS ਸੀਗਾ। ਹਾਂ, ਇਹਦੇ ਖਿਲਾਫ ਇੱਕ ਇਲਜ਼ਾਮ ਲੱਗਿਆ ਸੀ
ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ ਦੇ ਵਿੱਚ ਜਦੋਂ ਇਹ AMD ਹੁੰਦਾ AMD ਸੀ, ਅੱਛਾ ਜੀ। ਉਦੋਂ ਇਹਨਾਂ ਦੇ ਖਿਲਾਫ ਇੱਕ ਇਲਜ਼ਾਮ ਲੱਗਿਆ ਸੀ 24 ਕਰੋੜ ਰੁਪਏ ਦੇ ਲੋਹੇ ਦੇ ਘੁਟਾਲੇ ਦਾ। ਔਰ ਇਹਦੀ ਜੋ ਪੜਤਾਲ ਹੋਈ, ਪੜਤਾਲ ਦੇ ਹੁੰਦਿਆਂ ਹੋਇਆ ਕੀ, MD ਤੇ AMD ਜੀ ਦੋਨਾਂ ਨੂੰ ਸਸਪੈਂਡ ਕਰਨ ਦੇ ਆਰਡਰ ਹੋ ਗਏ। ਫਾਈਲ ਤੇ ਹੋ ਗਿਆ, ਪਰ ਹੋਇਆ ਕੀ, MD ਨੂੰ ਸਸਪੈਂਡ ਕਰਤਾ ਤੇ AMD ਨੂੰ ਜਿਹੜਾ ਹੈਗਾ ਉਹ ਸਸਪੈਂਡ ਨਹੀਂ ਕੀਤਾ ਜੀ। ਫਿਰ ਇਹਦੇ ਖਿਲਾਫ ਇਨਕੁਆਇਰੀਆਂ ਸ਼ੁਰੂ ਹੋਈਆਂ, ਇਨਕੁਆਇਰੀਆਂ ਚੱਲਦੀਆਂ ਸੀ ਜੀ। 2 ਚੀਫ ਸੈਕਟਰੀਜ਼ ਨੇ ਇਨਕੁਆਇਰੀਆਂ ਕੀਤੀਆਂ ਔਰ ਇਸ ਬੰਦੇ ਨੂੰ ਮੁੱਖ ਦੋਸ਼ੀ ਕਰਾਰ ਦੇ ਕੇ ਜਿਹੜੀ ਹੈਗੀ ਮੇਜਰ ਪਨਿਸ਼ਮੈਂਟ, ਜੀ ਮੇਜਰ ਪਨਿਸ਼ਮੈਂਟ ਦਾ ਮਤਲਬ ਹੈ ਵੱਧ ਤੋਂ ਵੱਧ ਸਜ਼ਾ, ਤੇ ਜਿਹੜੀ ਮੇਜਰ ਪਨਿਸ਼ਮੈਂਟ ਹੈ ਉਹਦੀ ਘੱਟੋ ਘੱਟ ਸਜ਼ਾ ਕੀ ਹੈ, ਡਿਸਮਿਸ ਸਰਵਿਸਿਜ਼, ਨੌਕਰੀ ਤੋਂ ਬਰਖਾਸਤ ਹੋਣਾ ਸੀ। ਹੋਇਆ ਕੀ ਕਿ ਇਸ ਬੰਦੇ ਦੇ ਖਿਲਾਫ ਜਦੋਂ ਆ ਗਿਆ, ਉਹਦੇ ਕੋਲੇ ਲਿਖ ਕੇ ਭੇਜਤਾ। ਇਹ 2016 ਦੀਆਂ ਵਿਧਾਨ ਸਭਾ ਦੀਆਂ, ਜਿਹੜੇ 2017 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ, ਉਹਨਾਂ ਚੋਣਾਂ ਦੇ ਵਿੱਚ ਜਿੱਦਾਂ ਜਾਬਤਾ ਲੱਗਣਾ ਸੀ, ਹਾਂਜੀ, ਕੋਡ ਆਫ ਕੰਡਕਟ ਲੱਗਣਾ ਸੀ ਜਾਂ ਕੋਡ ਆਫ ਕੰਡਕਟ ਲੱਗ ਗਿਆ ਹੋਵੇ, ਤਾਂ ਫਿਰ ਜਿਹੜੀਆਂ ਹੈਗੀਆਂ ਪੁਰਾਣੀਆਂ ਫਾਈਲਾਂ ਕਲੀਅਰ ਕਰਨ ਦਾ ਸਮਾਂ ਆ ਗਿਆ। ਉਹ ਕਹਿੰਦੇ ਜੀ ਬਾਦਲ ਸਾਹਿਬ ਦੇ ਕੋਲ ਪੇਸ਼ ਹੋ ਗਈ ਫਾਈਲ। ਇੱਕ ਦਿਨ ਪਹਿਲਾਂ ਦੀ ਤਰੀਕ ਪਾ ਕੇ ਬਾਦਲ ਸਾਹਿਬ ਨੇ ਲਿਖਤਾ ਉਹਦੇ ਤੇ ਵੀ ਡਾਕਟਰ ਅਮਰਪਾਲ ਸਿੰਘ ਨੇ ਜਿਹੜਾ ਗੁਨਾਹ ਕੀਤਾ ਹੈ, ਇਹਨੇ ਗੁਨਾਹ ਦੀ ਮਾਫੀ ਮੰਗ ਲਈ। ਮਾਫੀ, ਇਹਦਾ ਮਤਲਬ ਕਬੂਲ ਕਰ ਲਿਆ। ਹਾਂ, ਗਵਾਹ ਦੀ ਮਾਫੀ ਮੰਗ ਲਈ ਹੈ। ਇਸ ਕਰਕੇ ਇਹਨੂੰ ਵਾਰਨਿੰਗ ਦੇ ਕੇ ਛੱਡਿਆ ਜਾਂਦਾ। ਦੱਸੋ, 2 ਚੀਫ ਸੈਕਟਰੀਆਂ ਦੀ ਇਨਕੁਆਇਰੀ ਹੈ, ਉਹਨੂੰ ਜੀ ਵਾਰਨਿੰਗ ਦੇ ਕੇ ਛੱਡਤਾ। ਜਦੋਂ ਵਾਰਨਿੰਗ ਦੇ ਕੇ ਉਹਨੂੰ ਛੱਡਤਾ ਤੇ ਉਹਦੀ ਜਿਹੜੀ ਹੈਗੀ ਫਾਈਲ ਕਲੀਅਰ ਹੋ ਗਈ। ਵਾਰਨਿੰਗ ਕੋਈ ਬਹੁਤੀ ਸਜ਼ਾ ਨਹੀਂ ਹੈ। ਉਹ ਤੋਂ ਬਾਅਦ ਕੀ ਹੋਇਆ ਕਿ ਉਹਦੇ ਲਈ ਫਿਰ ਰਸਤਾ ਕਲੀਅਰ ਹੋ ਗਿਆ ਜੀ, PCS ਤੋਂ ਪ੍ਰਮੋਟ ਹੋਣ ਦਾ। ਫਿਰ ਬਹੁਤ ਸਾਰੇ ਜਿਹੜੇ ਹੈਗੇ PCS ਤੋਂ ਜਿਹੜੇ ਅਫਸਰ ਪ੍ਰਮੋਟ ਹੋਏ, ਇਕੱਠੇ ਹੀ ਹੋਏ ਸੀ। ਕਰੀ ਥੋੜੇ ਯਾਦ ਹੋਣਾ 13-14 ਬਿਲਕੁਲ, ਜਿਨ੍ਹਾਂ ਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਵੀ ਹੈ, ਜਿਹੜੇ ਇੱਥੇ ਲੱਗੇ ਵੀ ਹੈ। ਉਹਨਾਂ ਦੇ ਵਿੱਚ ਫਿਰ ਇਹ ਬੰਦਾ ਜੀ IAS ਬਣ ਗਿਆ ਜੀ। ਲਓ ਜੀ, ਹੁਣ ਇਹ IAS ਬਣ ਗਿਆ ਤੇ IAS ਬਣਨ ਤੋਂ ਬਾਅਦ ਇਹ ਫਿਰ ਮਲਾਈ ਦਾ ਉਹਦਾ ਤੇ ਲੱਗਦਾ ਰਿਹਾ। ਅੱਛਾ, ਹਕੂਮਤ ਕਿਹਦੀ? ਕੈਪਟਨ ਅਮਰਿੰਦਰ ਸਿੰਘ ਦੀ। ਇਹਦਾ ਫਿਰ ਤੇ ਜਿਹੜਾ ਉਹਨੂੰ ਕੰਟਰੋਲ ਕਰਨ ਵਾਲਾ ਬੰਦਾ ਹੈ, ਉਹਦੀ ਸਾਰੀ ਉਹ ਸੁਰੇਸ਼ ਕੁਮਾਰ ਨੂੰ ਮੇਰੇ ਕੋਲ ਇੱਕ ਚਿੱਠੀ ਆ ਗਈ, ਚਿੱਠੀ ਜਿਹੜੀ ਗਸ਼ਤ ਕਰ ਰਹੀ ਹੈ ਨਵਜੋਤ ਸਿੰਘ ਸਿੱਧੂ ਨੂੰ ਲਿਖੀ ਵੀ ਹੈ ਕਿਸੇ ਨੇ। ਉਸ ਚਿੱਠੀ ਦੇ ਵਿੱਚ ਉਹ ਕਹਿੰਦੇ ਜੀ ਇਹ ਉਹਨੂੰ ਇਸ ਤਰ੍ਹਾਂ ਟਰੀਟ ਕਰਦਾ ਸੀ ਜਿਵੇਂ ਬਾਪ ਨੂੰ ਟਰੀਟ ਕਰਦੇ। ਸਤਿਕਾਰ ਇਸ ਤਰ੍ਹਾਂ ਕਰਦਾ ਸੀ ਸੁਰੇਸ਼ ਕੁਮਾਰ ਦਾ। ਕਰਨਾ ਹੀ ਹੈ ਜੀ, ਮਾਈ ਬਾਪ ਸੀ ਸੁਰੇਸ਼ ਕੁਮਾਰ ਵੀ। ਤੂੰ ਕਰੀ ਚੱਲ ਮਹਿਕਮਾ ਟਰਾਂਸਪੋਰਟ। ਤੇ ਇਹਦੇ ਚ ਵਰਦਾਨੇ ਵਾਲੀਆ ਸਾਹਿਬ ਜਦੋਂ 2018 ਦੇ ਵਿੱਚ ਇਹੀ ਮਾਮਲਾ ਜਿਹੜੀਆਂ ਨਜਾਇਜ਼ ਬੱਸਾਂ ਦਾ ਸੁਪਰੀਮ ਕੋਰਟ ਚਲਾ ਗਿਆ ਤੇ ਕਿਸਮਤ ਮਾੜੀ ਇਹਨਾਂ ਦੀ ਜਿਨ੍ਹਾਂ ਨੇ ਐਕਸਟੈਂਡ ਕਰਾਏ ਸੀ ਕਿ ਜਿਹੜੇ ਜੱਜ ਨੇ ਹਾਈ ਕੋਰਟ ਦੇ ਵਿੱਚ ਫੈਸਲਾ ਇੱਥੇ ਕੀਤਾ ਸੀ ਜੀ, ਉਹੀ ਜੱਜ ਜਸਟਿਸ ਸੂਰਿਆਕਾਂਤ ਸੁਪਰੀਮ ਕੋਰਟ ਦਾ ਜੱਜ ਬਣ ਗਿਆ। ਅੱਛਾ, ਜਦੋਂ ਉਹਨੇ ਫਾਈਲ ਦੇਖੀ ਉਹ ਕਹਿੰਦਾ ਇਹ ਤਾਂ ਮੇਰਾ 2012 ਚ ਕੀਤਾ, 11-12 ਚ ਕੀਤਾ ਵਾ ਫੈਸਲਾ, ਅਜੇ ਤੱਕ ਇਹਨਾਂ ਨੂੰ ਹਟਾਇਆ ਕਿਉਂ ਨਹੀਂ? ਹਟਾਓ। ਉਹਨੇ ਆਰਡਰ ਕਰਤੇ ਕਿ ਸਾਰੇ ਪਰਮਿਟ ਰੱਦ ਕੀਤੇ ਜਾਣੇ, 2018 ਚ ਹੋਣੇ ਚਾਹੀਦੇ ਸੀ। ਅੱਛਾ ਜੀ, ਲੇਕਿਨ 2018 ਚ ਜਿਹੜੇ ਡਾਕਟਰ ਅਮਰਪਾਲ ਸਿੰਘ ਵਰਗੇ ਇਹਨਾਂ ਦੇ ਮਿੱਤਰ ਪਿਆਰੇ ਸੀ, ਕਿਸੇ ਨੇ ਨਹੀਂ ਕੀਤੀ। ਹੁਣ ਆ ਗਿਆ 2021, ਕੈਪਟਨ ਸਾਹਿਬ ਵਿਦਾ ਹੋ ਗਏ, ਚੰਨੀ ਸਾਹਿਬ ਆ ਗਏ ਤੇ ਜਿਹੜੀ ਵਾਰੀ ਆਪਾਂ ਗੱਲ ਕਰਦੇ ਸੀ ਕਿ ਰਾਜੇ ਦਾ ਰਾਹ ਰੋਕਣ ਵਾਸਤੇ ਕੋਸ਼ਿਸ਼ਾਂ ਬੜੀਆਂ ਕੀਤੀਆਂ ਸੀ। ਪਹਿਲੀ ਕੋਸ਼ਿਸ਼ ਤਾਂ ਇਹ ਕੀਤੀ ਸੀ ਕਿ ਰਾਜਾ ਵਜ਼ੀਰ ਹੀ ਨਾ ਬਣੇ। ਰਾਜਾ ਵੜਿੰਗ ਕਹੋ ਜੀ, ਰਾਜਾ ਕੈਪਟਨ ਅਮਰਿੰਦਰ ਨੂੰ ਸਮਝ ਜਾਂਦੇ ਲੋਕ। ਨਹੀਂ, ਉਹ ਆਪਣਾ ਅਮਰਿੰਦਰ ਕਹਿੰਦੇ ਰਾਜਾ ਵੜਿੰਗ। ਉਹ ਤਾਂ ਹੁਣ ਰਾਜਾ ਹੀ ਅਸਲ ਦੇ ਹੁਣ ਤਾਂ ਅਸਲ ਰਾਜਾ ਤਾਂ ਉਹੀ ਹੈ। ਅਸਲ ਰਾਜਾ ਤਾਂ ਰਾਜਾ ਵੜਿੰਗ ਹੀ ਆ। ਹੁਣ ਤਾਂ ਜੇ ਦੂਜਾ ਰਾਜਾ ਤਾਂ ਗਿਆ, ਜਿਹੜਾ ਰਾਜਾ ਕੰਮ ਕਰਨ ਵਾਲਾ ਲੋਕ ਹੁਣ ਰਾਜਾ ਉਹਨੂੰ ਮੰਨਦੇ। ਔਰ ਉਹ ਰਾਜੇ ਵੜਿੰਗ ਦੇ ਕੋਲੇ ਜਾਂ ਚਲੋ ਆਪਾਂ ਹੁਣ ਮੈਂ ਕਹਿੰਦਾ ਰਾਜੇ ਵੜਿੰਗ ਦੇ ਕੋਲੇ ਜਦੋਂ ਆ ਗਿਆ ਵੀ ਰਾਜੇ ਵੜਿੰਗ ਦਾ ਰਾਹ ਰੋਕਿਆ ਗਿਆ ਜੀ, ਫਿਰ ਉਹਨੇ ਕਿਹਾ ਜੀ ਮੈਨੂੰ ਟਰਾਂਸਪੋਰਟ ਮਹਿਕਮਾ ਦੇ ਦਿਓ, ਇੱਥੇ ਵੀ ਉਹਦਾ ਰਾਹ ਰੋਕਿਆ ਗਿਆ। ਉਹਨੇ ਟਰਾਂਸਪੋਰਟ ਮਹਿਕਮਾ ਲੈ ਲਿਆ ਜੀ ਤੇ ਫਿਰ ਆ ਗਿਆ ਸਮਾਂ। ਆਹ ਚਿੱਠੀ ਮੇਰੇ ਹੱਥ 'ਚ ਹੈ ਜੀ। ਇਸ ਚਿੱਠੀ ਦੇ ਵਿੱਚ ਹੀ ਲਿਖਿਆ ਵਾ ਵੀ ਰਾਜੇ ਵੜਿੰਗ ਨੇ ਫਿਰ ਕਿਹਾ ਵੀ ਆਓ ਭਾਈ ਤੂੰ ਦਸਤਖਤ ਕਰਕੇ ਤੇ ਛੁੱਟੀ ਲੈ ਕੇ ਬਹਿ ਗਿਆ ਕਰੀ। ਅੱਛਾ, ਵੀ ਮੈਂ ਤਾਂ ਜੀ ਛੁੱਟੀ ਮੈਂ ਨਹੀਂ ਇਹ ਕੰਮ ਕਰਨਾ। ਉਹਨੇ ਕਹਿੰਦੇ ਫਿਰ ਨਾਲ ਦੀ ਨਾਲ ਹੀ ਕਹਿਤਾ ਵੀ ਮੈਂ FIR ਕਰਾਉਣਾ ਦਰਜ ਤੇ ਧੂ ਕੇ ਲਿਆਵਾਂਗੇ, ਕਰ ਦਸਤਖਤ ਆ ਕੇ। ਫਿਰ ਪੋਲੇ ਜਿਹੇ ਹੱਥ ਨਾਲ ਜੀ ਨਾ ਚਾਹੁੰਦਿਆਂ ਹੋਇਆ ਦਸਤਖਤ ਕਰਤੇ। ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਹਿੰਦਾ ਸੀ ਵੀ ਕ੍ਰੈਡੀਬਿਲਿਟੀ ਖਤਮ ਹੋ ਗਈ। ਹੁਣ ਇਹ ਸਰਕਾਰ ਹੈ ਜਿਹੜੀ, ਚਾਹੇ ਪਿਛਲੀ ਸਰਕਾਰ ਹੈ ਚਾਹੇ ਇਹ ਸਰਕਾਰ, ਦੀ ਕ੍ਰੈਡੀਬਿਲਿਟੀ ਜਿਹੜੀ ਹੈਗੀ ਹੈ ਲੋਕ ਉੱਤੇ ਵਿਸ਼ਵਾਸ ਨਹੀਂ ਕਰ ਰਹੇ। ਲੇਕਿਨ ਕ੍ਰੈਡੀਬਿਲਿਟੀ ਮੈਂ ਅੱਜ ਤੁਹਾਨੂੰ ਸਵੇਰ ਦੀ ਗੱਲ ਦੱਸਦਾ, ਜਿਵੇਂ ਪੰਜਾਬੀ 'ਚ ਕਹਿੰਦੇ ਵੀ ਅੰਤੋਲੀ ਧਰਤੀ ਤੇ ਬੈਠੇ ਹਾਂ। ਅੱਜ ਸਵੇਰੇ ਵਾਕਿੰਗ ਕਰਦੇ ਕਰਦੇ ਮੈਂ ਵੀ ਵਾਕਿੰਗ ਕਰਦਾ ਸੀਗਾ ਤੇ ਕੁਝ ਬੰਦਿਆਂ ਕੋਲ ਬੈਠ ਗਏ ਆਮ ਲੋਕ, ਆਪ ਮੁਹਾਰੀ, ਕਿਉਂਕਿ ਜਿੱਥੇ ਵੀ ਹੁਣ ਬਹਿਨੇ ਇਲੈਕਸ਼ਨਾਂ ਉੱਪਰ ਹੈ। ਬਿਲਕੁਲ ਜੀ, ਇੱਕੋ ਹੀ ਗੱਲ ਚੱਲਦੀ ਹੈ ਵੀ ਕਿਹੜੀ ਪਾਰਟੀ ਦਾ ਕੀ ਬਣੂਗਾ। ਲਓ ਜੀ ਦਾਨੇ ਵਾਲੀਆ ਸਾਹਿਬ, ਮੈਂ ਵਕਾਲਤ ਨਹੀਂ ਕਰਦਾ ਰਾਜੇ ਵੜਿੰਗ ਦੀ ਜੀ,
ਨਾ ਮੈਂ ਰਾਜੇ ਵੜਿੰਗ ਦੀ ਕੋਈ ਮਤਲਬ ਮਦਦ ਕਰਦਾ। ਜਿਹੜੀ ਲੋਕਾਂ ਦੀ ਪੱਖ ਹੈ ਜੀ ਉਹ ਮੈਂ ਪੱਖ ਹੈ ਦੱਸਣ ਲੱਗਾ। ਇੱਕ ਸਧਾਰਨ ਬੰਦੇ ਨੇ ਕਿਹਾ, ਹੂੰ ਕਹਿੰਦਾ ਯਾਰ ਗੱਲ ਸੁਣੋ, ਸੁਖਬੀਰ ਹੋਰਾਂ ਦਾ ਖਹਿੜਾ ਦਾ ਬੇਅਦਬੀ ਨਹੀਂ ਛੱਡਦੀ। ਨਾ ਆਮ ਆਦਮੀ ਦਾ ਮਾਮਲਾ ਕਹਿੰਦਾ ਇਹ ਵੀ ਉਹ ਆਪਦੇ ਫੈਸਲੇ ਨਹੀਂ ਕੋਈ ਕਰਦੇ। ਬਿਲਕੁਲ ਕਾਂਗਰਸ ਦਾ ਬੇੜਾ ਗਰਕ ਹੋਇਆ ਪਿਆ। ਕੈਪਟਨ ਇਹਨਾਂ ਚੋਂ ਨਿਕਲ ਗਿਆ, ਬੀਜੇਪੀ ਨਾਲ ਸਮਝੌਤਾ ਕਰ ਲੈ, ਕੋਈ ਗੱਲ ਬਣਨੀ ਨਹੀਂ। ਹੁਣ ਕਹਿੰਦੇ ਜੀ ਕਾਂਗਰਸ ਪਾਰਟੀ ਜੇ ਸਿਆਣੀ ਹੋਵੇ ਨਾ ਤਾਂ ਕੰਮ ਕਰ ਸਕਦੀ ਹੈ। ਮੈਂ ਜੀ ਕੀ ਕਹਿੰਦਾ, ਸਰਕਾਰ ਬਣਾ ਸਕਦੀ ਹੈ। ਬੰਦਾ ਬਜ਼ੁਰਗ, ਮੈਂ ਕਿਹਾ ਕਿਵੇਂ ਬਣਾ ਸਕਦੀ ਹੈ ਸਰਕਾਰ? ਕਹਿੰਦਾ ਕਾਂਗਰਸ ਪਾਰਟੀ ਐਲਾਨ ਕਰ ਦੇ ਕਿ ਸਾਡਾ ਮੁੱਖ ਮੰਤਰੀ ਰਾਜਾ ਵੜਿੰਗ ਹੋਊ। ਅੱਛਾ, ਉਹਦੀ ਕ੍ਰੈਡੀਬਿਲਿਟੀ ਇੰਨੀ ਕੁ ਬਣ ਗਈ, ਲੋਕ ਕਹਿੰਦਾ ਉਹ ਤੇ ਇਤਵਾਰ ਕਰਨ ਲੱਗੇ। 1 ਮਹੀਨੇ ਦੇ ਵਿੱਚ ਯਾਰ ਇਹ ਬੰਦਾ ਜਿਹੜਾ ਕਹਿੰਦਾ ਨਾ ਕਰਦਾ। ਇੰਨਾ ਖੋਇਆ ਜੀ। ਹੁਣ ਜਿਹੜੇ 800 ਤੇ 4 ਕਿ 6 ਜਿਹੜੇ ਪਰਮਿਟ ਰੱਦ ਕਰਤੇ ਜੀ, 5000 ਆਪਣਾ 30,000 ਕਿਲੋਮੀਟਰ ਸਫ਼ਰ ਕਰਦੇ ਸੀ। ਇਹਦੇ ਨਾਲ ਤੁਸੀਂ ਦੇਖੋ ਕਿ ਕਮਾਈ ਕਿੰਨੀ ਹੁੰਦੀ ਸੀ। ਅੱਜ ਕਈ ਘਰਾਂ 'ਚ ਤਾਂ ਸੋਗ ਪੈ ਗਏ, ਕਿਉਂਕਿ ਕੁਛ ਤਾਂ ਚਲੋ ਆਪਾਂ ਜੇ ਵੱਡੇ ਘਰ ਦੀ ਗੱਲ ਕਰ ਰਹੀਏ, ਇਹਨਾਂ ਕੋਲ ਤਾਂ ਹੋਰ ਸਾਧਨ ਬਥੇਰੇ ਹੈ। ਮਾੜੇ ਘਰਾਂ ਦੇ ਕਈ ਉਹ ਮੇਰੇ ਵਰਗੇ ਜਿਹੜੇ ਤੁਰੇ ਫਿਰਦੇ ਸੀ ਨਾ, ਉਹਨਾਂ ਕੋਲੇ ਕਹਿੰਦੇ ਕਾਰੋਬਾਰੀ ਇਹੋ ਹੈ। ਉਹ ਪੈਸੇ ਪੂਸੇ ਮੋੜਨ ਵਾਸਤੇ ਗਏ ਸੀ ਦਰਜੀਆਂ ਦੇ। ਅੱਛਾ ਜੀ। ਉਹ ਵੀ ਕਹਿੰਦੇ ਸੀ, ਕਹਿੰਦੇ ਵੀ ਜੇ ਕਿਤੇ 2 ਮਹੀਨੇ ਪੂਰੇ ਹੋਰ ਮਿਲ ਗਏ ਨਾ, ਕਈ ਘਰਾਂ ਦੀਆਂ ਕਹਿੰਦੇ ਵੀ ਰਾਜਾ ਵੜਿੰਗ ਕਹਿੰਦੇ ਵੀ ਬੱਸਾਂ ਦੀ ਬਜਾਏ ਰੇਹੜੀਆਂ ਲਵਾ ਦੂ ਜੀ। ਵੈਸੇ ਢਿੱਲੋਂ ਸਾਹਿਬ ਗੱਲ ਇੱਕ ਆ, ਮੈਂ ਇਸ ਗੱਲ ਦੇ ਉੱਤੇ ਕੱਲ ਵੀ ਕਹਿੰਦਾ ਹੈਰਾਨ ਆ ਇਸ ਗੱਲ ਦੇ ਉੱਤੇ, ਚਰਚਾ ਦੇ ਉੱਤੇ, ਕਿ ਦੇਖੋ ਇਹ ਕਹਿੰਦੇ ਸਾਡੇ ਕੋਲੇ ਪੈਸਾ ਹੈ ਨਹੀਂ, ਅਸੀਂ ਟੈਕਸ ਸਾਡੀਆਂ ਕਿਸ਼ਤਾਂ ਕਰ ਦਿਓ। ਫਿਰ ਰਾਜੇ ਵੜਿੰਗ ਨੂੰ ਇੱਕ ਹੋਰ ਕੰਮ ਚਾਹੀਦਾ, ਇਨਕੁਆਰੀ ਲਾ ਕੇ ਅਫਸਰਾਂ ਦੀ ਤੇ ਇਨਕਮ ਟੈਕਸ ਨਾਲ ਬਹਿ ਜੇ ਵੀ ਹਿਸਾਬ ਕਿਤਾਬ ਕੱਢੋ। ਜੇ ਬੱਸਾਂ 'ਚੋਂ ਬਚਿਆ ਕੁਛ ਨਹੀਂ ਤੇ ਇਹਨਾਂ ਨੇ ਇਨਕਮ ਟੈਕਸ ਕਿੰਨੇ ਦਾ ਭਰਿਆ, ਤੇ ਵੱਡੀਆਂ ਗੱਡੀਆਂ ਦੀਆਂ ਕਿਸ਼ਤਾਂ ਜਿਹੜੀਆਂ ਕਰੋੜ 2-2 ਕਰੋੜ ਦੀਆਂ ਲੱਗੀਆਂ, ਉਹਨਾਂ ਦੀਆਂ ਕਿਸ਼ਤਾਂ ਕਿੱਥੋਂ ਭਰਦੇ ਆ? ਨਹੀਂ ਦਾਨੇਵਾਲੀਆ ਸਾਹਿਬ, ਹੁਣ ਇਹਦੇ 'ਚ ਜਿਹੜੀ ਤੁਸੀਂ ਆਹ ਗੱਲ ਕਰਦੇ, ਇਹ ਆਪਦੀ ਥਾਂ ਤੇ ਹੈ। ਕ੍ਰੈਡੀਬਿਲਿਟੀ ਦਾ ਸਵਾਲ ਹੈ। ਜੇ ਸਰਕਾਰ ਸੱਚਮੁੱਚ ਕੰਮ ਕਰਨਾ ਚਾਹੁੰਦੀ ਹੈ, ਨਵਜੋਤ ਸਿੰਘ ਸਿੱਧੂ ਨੇ ਬਠਿੰਡੇ ਕਿਹਾ ਸੀ 25-75 ਹੈ ਜੀ। ਜੇ 25-75 ਵਾਲਾ ਉਹਨਾਂ ਨੇ ਕਲਚਰ ਖਤਮ ਕਰਨਾ ਜੀ, ਜੇ ਆਪਣੇ ਗਲੋਂ ਗੁਲਾਮਾਂ ਇਹ ਲਾਉਣੇ 25-75 ਦਾ ਮਤਲਬ ਇਹ ਵੀ ਕੈਪਟਨ ਗਿਆ ਤੇ ਕਾਂਗਰਸ ਤੇ ਲੈ ਜਾਊਗਾ, ਇਹ ਉਵੇਂ ਜਿਵੇਂ ਰਹੂਗਾ ਜਿਵੇਂ ਬੇਅਦਬੀ ਵਾਲਾ ਮਾਮਲਾ ਖੜਾ ਹੈ। ਫਿਰ ਨਵਜੋਤ ਸਿੰਘ ਸਿੱਧੂ ਨੂੰ ਵੀ ਚਾਹੀਦਾ ਤੇ ਚੰਨੀ ਸਾਹਿਬ ਨੂੰ ਵੀ ਚਾਹੀਦਾ, ਭਾਵੇਂ ਹੋਰ ਕਿਸੇ ਗੱਲ 'ਚ ਉਹਨਾਂ ਦੀ ਬਣੇ ਨਾ ਬਣੇ, ਇੱਥੇ ਤਾਂ ਉਹਨਾਂ ਦੇ ਇੰਟਰਸਟ ਸਾਂਝੇ ਹੋ ਸਕਦੇ ਵੀ ਆ ਜਿਹੜੇ ਇਹੋ ਜਿਹੇ ਅਫਸਰ ਹੈ ਨਾ, ਜਿਹੜੇ ਹੁਣ ਵੀ ਇਸ ਸਰਕਾਰ ਦੇ ਵਿੱਚ ਵੀ ਆ ਜੀ ਮੈਥੋਂ ਦਸਤਖਤ ਨਾ ਕਰਾਓ ਤੇ ਮੈਨੂੰ ਛੁੱਟੀ ਦੇ, ਇਹਨਾਂ ਦੇ ਨਾਲ ਤਾਂ ਹਿਸਾਬ ਕਿਤਾਬ ਕਰ ਲੈਣ, ਖੋਲ ਲੈਣ ਪੁਰਾਣੀ ਇਨਕੁਆਰੀ। ਉਹੀ ਖੋਲ ਲੈਣ ਕਿ ਜਦੋਂ 2 ਚੀਫ ਸੈਕਟਰੀ ਕਹਿੰਦੇ ਆ ਬੰਦਾ ਗੁਨਾਹਗਾਰ ਆ, ਖੋਲ ਲਓ, ਤੇ ਫਿਰ ਉਸ ਬੰਦੇ ਨੂੰ ਤੁਸੀਂ ਬਖਸ਼ਿਆ ਕਿਵੇਂ ਹੁਣ ਤੱਕ? ਕਿੰਨਾ ਜਿਹੜਾ ਸਟੇਟ ਸੈਕਟਰ ਨੂੰ ਕਿੰਨਾ ਘਾਟਾ ਪਿਆ, ਉਹ ਇਸੇ ਨਹੀਂ ਪਾਇਆ। ਫਿਰ ਜਿਹੜੇ ਇਹ ਆ ਜਿਹੇ ਭਾਈ ਗੱਲ ਇਹ ਨਾ, ਚੰਨੀ ਸਾਹਿਬ ਵੀ ਮੋਦੀ ਸਾਹਿਬ ਵਾਂਗੂ ਲੱਗ ਗਏ ਨਾ। ਜੇ ਮੋਦੀ ਜਿੱਥੇ ਜਾਂਦਾ ਉਹੋ ਜੀ ਗੱਲ ਕਰੀ ਜਾਂਦਾ। ਪਹਿਲਾਂ ਕਹਿੰਦੇ ਮੈਂ ਟੈਂਟ ਲਾਇਆ, ਫਿਰ ਕਹਿੰਦੇ ਮੈਂ ਰਿਕਸ਼ਾ ਚਲਾਇਆ, ਅੱਜ ਕਹਿੰਦੇ ਮੈਂ ਪਟਾਕੇ ਵੇਚੇ ਆ। ਦੀਵਾਲੀ ਦਾ ਮੌਕਾ ਆ ਗਿਆ। ਹਾਂ ਦੱਸੋ, ਫਿਰ ਇਹ ਗੱਲਾਂ ਨਹੀਂ ਨਾ ਸ਼ੋਭਾ ਦਿੰਦੀਆਂ। ਫਿਰ ਜੇ ਤੁਸੀਂ ਤੁਰੇ ਫਿਰਦੇ ਹੋ ਰਾਤ ਨੂੰ ਤੇ ਉਹ ਕੱਲੀ ਫਿਰ ਫੋਟੋਆਂ ਨਾ ਖਿਚਾਓ, ਕੰਮ ਕਰੋ, ਫਿਰ ਪਟਾਕੇ ਨਾ ਵੇਚੋ। ਬਿਲਕੁਲ। ਹੈਂ ਹਾਂਜੀ ਜੀ। ਫਿਰ ਕਿਤੇ ਉਹ ਚੀਜ਼ਾਂ ਫਿਰ ਲੋਕਾਂ ਨੂੰ ਵੀ ਫਿਰ ਤਾਂ ਤੂੰ ਲੱਲੇ ਮਾਰਦਾ, ਤੇਰਾ ਕੀਤਾ ਕਰਾਇਆ ਮਿੱਟੀ ਹੋ ਜਾਣਾ ਫਿਰ। ਬਿਲਕੁਲ। ਹਾਂ ਜੇ 1 ਮਹੀਨੇ ਦੇ ਵਿੱਚ ਹੀ ਇਸ ਤਰ੍ਹਾਂ ਦੀ ਬਣੇ, ਫਿਰ ਕ੍ਰੈਡੀਬਿਲਿਟੀ ਨਾ ਖੰਭੇ ਤੇ ਚੜ ਕੇ ਤੁਸੀਂ ਐਵੇਂ, ਉਹ ਤਾਂ ਪਤਾ ਨਹੀਂ ਪੁਰਾਣੀ ਹੈ ਕਿ ਪੁਰਾਣੀ ਫੋਟੋ ਹੈ, ਜੋ ਮਰਜ਼ੀ ਹੈ। ਪਰ ਗੱਲ ਇੱਕ ਆ ਨਾ ਵੀ ਚਲੋ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਐਡੇ ਵੱਡੇ ਬੰਦਿਆਂ। ਬਿਲਕੁਲ ਜੀ ਬਿਲਕੁਲ। ਤੇ ਹੁਣ ਆਪਾਂ ਚੰਨੀ ਦੀ ਗੱਲ ਕੀਤੀ ਸੀਗੀ ਵੀ ਪਟਾਕਿਆਂ ਦੇ, ਵੀ ਮੈਂ ਪਟਾਕੇ ਵੇਚੇ, ਤੇ ਉਧਰ ਕਿਸਾਨਾਂ ਨੇ ਚੰਨੀ ਦੇ ਪੋਸਟਰਾਂ ਦੇ ਪਟਾਕੇ ਪਾਤੇ ਜੀ। ਕਿਉਂ ਪਾਈ ਹੈ? ਇਹ ਵੀ ਇੱਕ ਵਿਸ਼ਾ ਹੈ। ਵੱਡੀ ਗੱਲ ਇਹ ਹੈ ਕਿ ਕਿਸਾਨ ਬਠਿੰਡੇ ਦੇ ਵਿੱਚ ਬੈਠੇ ਹੈ, ਬੱਸਾਂ ਦੇ ਉੱਤੇ ਪੋਸਟਰ ਲੱਗੇ ਪਏ ਆ ਜੀ, ਅਸੀਂ ਆਹ ਕਰਤਾ। ਕਿਸਾਨਾਂ ਨੂੰ ਇਹ ਪੋਸਟਰ ਪਾੜਨੇ ਕਿਉਂ ਪੈ ਗਏ? ਉਹਨਾਂ ਨੂੰ ਹੋਰਡਿੰਗ ਪੱਟਣੇ ਕਿਉਂ ਪੈ ਗਈ ਜੀ? ਉਹ ਜਿਹੜੇ ਹੈਗਾ ਨਹੀਂ, ਜਿਵੇਂ ਕਿ ਪੋਟਾ ਦੁਖੀ ਹੋਏ ਪਏ। ਦਾਨੇਵਾਲੀਆ ਸਾਹਿਬ 50,000 ਰੁਪਈਆ ਕਿੱਲੇ ਦਾ ਜੀ ਠੇਕਾ ਦੇਣਾ ਪੈਂਦਾ ਜ਼ਮੀਨ। ਤੇ ਆਪਾਂ ਜਾਣਦੇ ਆ ਪੰਜਾਬ ਦੇ ਵਿੱਚ ਕਿੰਨੀ ਵਾਰੀ ਅਮਰਿੰਦਰ ਸਿੰਘ ਵੀ ਕਹਿੰਦਾ ਸੀ ਕਿ 2.5 ਏਕੜ ਤੋਂ ਘੱਟ ਵਾਲੀ ਜ਼ਮੀਨ ਵਾਲੇ ਬਹੁਤ ਕਿਸਾਨ ਹੈ। 2.5 ਏਕੜ ਤੋਂ ਵੱਧ ਵਾਲੇ ਥੋੜੇ ਆ, ਤੇ ਜ਼ਿਆਦਾਤਰ ਜਿਹੜੇ 2.5 ਏਕੜ ਤੋਂ ਘੱਟ ਵਾਲੇ ਹੈ। ਵੱਡੇ ਪਰਿਵਾਰ ਆ, ਧੀਆਂ ਪੁੱਤਾਂ ਦੇ ਵਿਆਹ ਵੀ ਕਰਨੇ ਆ, ਕਬੀਲਦਾਰੀ ਹੋਰ ਵੀ ਹੁੰਦੀ ਹੈ, ਘਰ ਵਗੈਰਾ ਵੀ ਹੁੰਦਾ, ਸਾਰਾ ਕੁਝ ਬੰਦੇ ਨੂੰ ਕਰਨਾ ਪੈਂਦਾ ਹੈ। ਅੱਜ ਕੱਲ੍ਹ ਜ਼ਿਆਦਾ ਜ਼ਮੀਨ ਜਿਹੜੀ ਹੈਗੀ ਹੈ, ਜਿਹੜੀ ਛੋਟੇ ਜ਼ਿਮੀਂਦਾਰ ਹੈ, ਉਹ ਠੇਕੇ ਤੇ ਲੈ ਕੇ ਖੇਤੀਬਾੜੀ ਕਰਦੇ ਹੈ। 50,000 ਰੁਪਈਏ ਤਾਂ ਜੀ ਤੁਸੀਂ ਠੇਕੇ ਦਾ ਦੇਤਾ ਜੀ। ਫਿਰ ਤੁਸੀਂ ਬੀਜ ਵੀ ਪਾਇਆ, ਤੁਸੀਂ ਰੇਹ ਵੀ ਪਾਈ ਹੈ, ਕਲਟੀਵੇਸ਼ਨ ਵੀ ਕੀਤੀ ਹੈ, ਤੁਸੀਂ ਆਪਣੀ ਜਿਹੜੀ ਮਨੁੱਖਾ ਸ਼ਕਤੀ ਹੈ ਉਹ ਵੀ ਜੋੜੀ ਹੈ। ਜਿਹੜੀ ਡਾਕਟਰ ਸਵਾਮੀਨਾਥਨ ਕਮਿਸ਼ਨ ਵਾਲਾ ਫਾਰਮੂਲਾ ਸੀ, ਉਹ ਇਹੀ ਕਹਿੰਦੇ ਸੀ ਨਾ ਜੀ ਕਿ ਜਿੰਨਾ ਖਰਚਾ ਆਉਂਦਾ, ਸਾਰਾ ਖਰਚਾ ਜਿਹੜਾ ਕਿਸਾਨ ਦੇ ਪਰਿਵਾਰ ਦੀ ਮਿਹਨਤ ਵੀ ਉਹਦੇ ਵਿੱਚ ਪਾਈ ਜਾਵੇ। ਹਾਂਜੀ। ਉਹ ਤੋਂ ਬਾਅਦ ਤੇ ਫਿਰ ਜਿਹੜੀ ਹੈਗੀ ਉਹਨੂੰ MSP ਘੱਟੋ ਘੱਟ ਜਿਹੜਾ ਡਿਊਡਾ ਦਿੱਤਾ ਜਾਵੇ। ਜੇ ਫਰਜ਼ ਕਰੋ ਵੀ ਸਾਰੇ ਦਾ ਸਾਰਾ ਖਰਚਾ ਉਹਨਾਂ ਦੀ ਆਪ ਦੀ ਜਿਹੜੀ ਹੈ ਮਿਹਨਤ ਸ਼ਕਤੀ ਵੀ ਵਿੱਚ ਪਾ ਲਈ ਜਾਵੇ ਜੀ, ਤੇ ਉਹਦੇ ਨਾਲ ਉਹਨੂੰ ਜਿਹੜਾ MSP ਵੱਧ ਦਿੱਤਾ ਜਾਵੇ। ਪਰ ਹੁਣ MSP ਦਾ ਰੌਲਾ ਨਹੀਂ ਰਹਿ ਗਿਆ। MSP ਦੇ ਰੌਲੇ ਵਾਲੇ ਤਾਂ ਬੈਠੇ ਆ ਦਿੱਲੀ ਦੀਆਂ
ਸਰਹੱਦਾਂ ਦੇ ਉੱਤੇ। ਜੀ। ਇੱਥੇ ਇੱਕ ਨਵੀਂ ਪ੍ਰੋਬਲਮ ਆ ਗਈ। ਤੁਸੀਂ ਦੇਖਿਆ ਹੋਣਾ ਕਿ ਆਪਣੇ ਪ੍ਰਸ਼ਾਸਕੀ ਕੰਪਲੈਕਸ ਨੂੰ ਪਿਛਲੇ 3 ਦਿਨਾਂ ਤੋਂ ਕਿਸਾਨਾਂ ਨੇ ਘੇਰਿਆ ਹੋਇਆ। ਜੀ। ਉਹਦਾ ਨੁਕਸਾਨ ਜਿਹੜਾ ਹੈਗਾ ਉਹ ਚੰਨੀ ਸਰਕਾਰ ਨੂੰ ਨਹੀਂ ਹੈ, ਉਹਦਾ ਨੁਕਸਾਨ ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਹੈ, ਅਫਸਰਾਂ ਨੂੰ ਨਹੀਂ ਹੈ। ਜੀ। ਪਹਿਲੇ ਦਿਨ ਜਦੋਂ ਕਿਸਾਨਾਂ ਨੇ ਘੇਰਿਆ ਹੈ ਇਸ ਪ੍ਰਸ਼ਾਸਕੀ ਦਫ਼ਤਰ ਨੂੰ ਤੇ ਸ਼ਾਮ ਨੂੰ ਨਿਕਲਣ ਲੱਗੇ ਮੁਲਾਜ਼ਮ, ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਵੀ ਭਾਈ ਤੁਸੀਂ ਬੈਠੇ ਹੋ, ਤੁਹਾਨੂੰ ਅਸੀਂ ਇੱਕ ਚੇਤਾਵਨੀ ਦਿੰਦੇ ਹਾਂ ਵੀ ਅੱਜ ਅਸੀਂ ਤੁਹਾਨੂੰ ਜਾਣ ਦਿੰਦੇ ਹਾਂ, ਜਾਓ ਆਪੋ ਆਪਣੇ ਘਰਾਂ ਨੂੰ। ਕੱਲ ਨੂੰ ਜੇ ਤੁਸੀਂ ਆਓਗੇ ਨਾ ਤਾਂ ਆਪਦੇ ਰਿਸਕ ਤੇ ਆਓਗੇ, ਜੀ। ਜੇ ਅੰਦਰ ਵੜ ਗਏ ਤਾਂ ਫਿਰ ਬਾਹਰ ਨਹੀਂ ਨਿਕਲੋਗੇ। ਕੱਲ ਜੀ ਉਹਨਾਂ ਨੇ ਫਿਰ ਪੂਰਾ ਘੇਰ ਲਿਆ। ਘੇਰਾਬੰਦੀ ਇੰਨੀ ਸਖਤ ਕਰਤੀ ਕਿ ਕੋਈ ਵੀ ਬੰਦਾ ਅੰਦਰ ਨਹੀਂ ਗਿਆ। ਜੀ। ਸੰਕੇਤਕ ਤੌਰ ਦੇ ਉੱਤੇ ਘੰਟਾ ਡੇਢ ਘੰਟਾ ਉਹਨਾਂ ਨੇ ਡਿਪਟੀ ਕਮਿਸ਼ਨਰ ਰਿਹਾਇਸ਼ ਹੈ ਜਿਹੜੀ, ਹਾਲਾਂਕਿ ਨਵੇਂ ਡਿਪਟੀ ਕਮਿਸ਼ਨਰ ਸਾਹਿਬ ਉਹਦੇ 'ਚ ਹੈ ਨਹੀਂਗੇ ਜੀ, ਕਿਉਂਕਿ ਪੁਰਾਣੇ ਦਾ ਸਮਾਨ ਪਿਆ, ਉਹਦਾ ਪਰਿਵਾਰ ਪਿਆ, ਉੱਥੇ ਉਹਨਾਂ ਨੇ ਘੰਟਾ ਡੇਢ ਘੰਟਾ ਜਿਹੜਾ ਹੈਗਾ ਜਾਮ ਵੀ ਲਾਇਆ। ਉਹਦਾ ਵੀ ਘਰਾਓ ਕੀਤਾ ਉਹਨਾਂ ਨੇ। ਸੰਕੇਤਕ ਤੌਰ ਤੇ ਦੱਸਿਆ ਕਿ ਅਸੀਂ ਹੋਰ ਵੀ ਕੁਝ ਕਰ ਸਕਦੇ ਹਾਂ। ਲਓ ਜੀ, 3 ਦਿਨਾਂ ਤੋਂ ਨਾ ਤਾਂ ਅਫਸਰਾਂ ਨੂੰ ਵੀ ਪੂਰੀ ਬੇਲ ਹੈ, ਘਰੇ ਬੈਠੇ ਜੀ। ਸਾਰੇ ਮੁਲਾਜ਼ਮ ਜਿਹੜੇ ਉੱਥੇ ਕੰਮ ਕਰਦੇ ਆ ਉਹ ਬੈਠੇ ਹੈ। ਔਰ ਦਾਨੇ ਵਾਲੀਆ ਸਾਹਿਬ ਪਤਾ ਉੱਥੇ ਕਿੰਨੇ ਦਫ਼ਤਰ ਹੈ ਪ੍ਰਸ਼ਾਸਕੀ ਕੰਪਲੈਕਸ 'ਚ? 50 ਵਿਭਾਗਾਂ ਦੇ ਦਫ਼ਤਰ। ਦੱਸੋ। 50 ਵਿਭਾਗਾਂ ਦੇ ਦਫ਼ਤਰ ਦੇ ਵਿੱਚ ਮੈਨੂੰ ਕੱਲ ਇੱਕ ਜਿਹੜੀ ਗੱਲ ਬੜੀ ਨਾ ਚੁਭੀ। ਮੈਂ ਇੱਕ ਪ੍ਰੈਸ ਕਲੱਬ ਦੇ ਬਾਹਰ ਕੇ ਖੜੋਤਾ, ਇੱਕ ਨੌਜਵਾਨ ਮੁੰਡਾ, ਉਹਦੇ ਲੀੜੇ ਕੱਪੜੇ ਦੱਸਦੇ ਸੀ ਕਿ ਵੀਕਰ ਸੈਕਸ਼ਨ 'ਚੋਂ, ਉਹਦੇ ਮਗਰ ਇੱਕ ਬੁੱਢੀ ਮਾਤਾ ਬੈਠੀ, ਉਮਰ ਹੋਣੀ ਹੈ ਉਹਦੀ 80 ਕੁ ਸਾਲ ਜੀ। ਉਹਨਾਂ ਨੇ ਰੋਕ ਕੇ ਮੈਨੂੰ ਕਹਿੰਦੇ ਜੀ ਅਸੀਂ ਸਮਾਜ ਭਲਾਈ ਦੇ ਦਫ਼ਤਰ ਜਾਣਾ। ਮੈਂ ਕਿਹਾ ਜੀ ਸਮਾਜ ਭਲਾਈ ਦੇ ਦਫ਼ਤਰ 2 ਹੈ, ਇੱਕ ਤਾਂ ਅੰਬੇਦਕਰ ਭਵਨ ਹੈ। ਕਹਿੰਦੇ ਨਹੀਂ ਜੀ ਨਹੀਂ ਅਸੀਂ ਜਾਣਾ, ਕਹਿੰਦੇ ਸੈਕਟਰੀਏਟ ਵਾਲਾ ਉੱਤੇ 5ਵੀਂ ਫਲੋਰ ਤੇ। ਹਾਂ, ਮੈਂ ਕਿਹਾ ਸੈਕਟਰੀਏਟ ਕਿਹੜੇ 'ਚ ਜਾਣਾ? ਕਮਰਾ ਨੰਬਰ 280। ਅੱਛਾ, 280 ਵੀ ਹੈ। ਅੱਛਾ। ਮੈਂ ਕਿਹਾ ਵੀ ਕੀ ਲੈਣ ਜਾਣਾ ਹੈ? ਕਹਿੰਦੇ ਮਾਤਾ ਦੀ ਪੈਨਸ਼ਨ ਦੇ ਸੰਬੰਧ 'ਚ ਜਾਣਾ ਹੈ। ਮੈਂ ਕਿਹਾ ਭਾਈ ਹੁਣ ਤਾਂ ਘੇਰਾ ਪਾਇਆ। ਮਾਤਾ ਕਹਿੰਦੀ ਭਾਈ ਕੱਲ੍ਹ ਨੂੰ ਪੁੱਤ, ਕੱਲ੍ਹ ਨੂੰ ਖੁੱਲ੍ਹ ਜੂਗਾ? ਮੈਂ ਕਿਹਾ ਜੀ ਨਹੀਂ, ਆ ਮੇਰਾ ਨੰਬਰ ਲੈ ਜਾਓ, ਟੈਲੀਫੋਨ ਕਰਕੇ ਪੁੱਛ ਲਿਓ, ਕਿਸੇ ਨੂੰ ਕਹਿ ਦਿਓ ਤਾਂ ਮੈਂ ਦੱਸ ਦੂਗਾ ਜੇ ਖੁੱਲ੍ਹ ਗਿਆ ਤਾਂ। ਪਰ ਖੁੱਲ੍ਹਣਾ ਨਹੀਂ, ਕਈ ਦਿਨ ਨਹੀਂ ਖੁੱਲ੍ਹਣਾ, ਕਿਉਂਕਿ ਸਰਕਾਰ ਐਡੀ ਜਿਹੜੀ ਹੈਗੀ ਹੈ ਚੀੜੀ ਹੋਈ, ਮਚਲੀ ਹੋਈ ਵੀ ਹੈ, ਉਹ ਗੱਲ ਸੁਣਨ ਨੂੰ ਤਿਆਰ ਨਹੀਂ। ਬੁੜੀ ਨੇ ਹੌਕਾ ਲਿਆ। ਮੈਂ ਦਾਨੇ ਵਾਲੀਆ ਸਾਹਿਬ ਕਮਰਾ ਨੰਬਰ 280 ਤੋਂ ਬਾਅਦ ਫਿਰ ਮੈਂ ਪੁੱਛਿਆ ਵੀ ਕਮਰਾ ਨੰਬਰ 280 ਕੀ ਹੈ? ਕਮਰਾ ਨੰਬਰ 280 ਹੈ ਜਿੱਥੇ ਪੈਨਸ਼ਨ ਦਾ ਕੰਮ ਹੁੰਦਾ, ਤੇ ਉੱਥੇ ਉਹ ਉੱਪਰਲੀ ਮੰਜ਼ਿਲ ਤੇ ਹੈ, ਮਤਲਬ ਗਰਾਊਂਡ ਫਲੋਰ ਤੋਂ ਲੈ ਕੇ ਉੱਪਰਲੀ ਤੇ। ਬੁੜੇ ਬੁੜੀਆਂ ਤੋਂ ਚੜਿਆ ਨਹੀਂ ਜਾਂਦਾ। ਜਦੋਂ ਆਉਂਦੇ ਆ ਕੇ ਲਿਫਟ 'ਚ ਵੜਦੇ, ਉਹ ਮੇਰੇ ਵਰਗੇ ਮਾਰਦੇ ਹੁੰਦੇ, ਉਹਨਾਂ ਨੂੰ ਵੜ ਨਹੀਂ ਦਿੰਦੇ। ਪੌੜੀਆਂ ਨਾਲ ਚੜ੍ਹ ਨਹੀਂ ਹੁੰਦਾ, ਜੇ ਜਾਂਦੇ ਆ ਤੇ ਉੱਥੇ ਧੂ ਘੜੀਸ ਕੋਈ ਕਰਕੇ। ਕਮਰਾ ਨੰਬਰ 280 ਜਿਹੜਾ ਹੈਗਾ ਜੀ, ਉਹ ਇਸ ਵੇਲੇ ਇੱਕ ਮਤਲਬ ਜਿਹੜਾ ਹੈਗਾ ਟੌਰਚਰ ਕੇਂਦਰ ਬਣਿਆ ਹੋਇਆ, ਜਿੱਥੋਂ ਪੈਨਸ਼ਨਾਂ ਮਿਲਦੀਆਂ। ਹੁਣ ਇਹ ਦੇਖੋ ਵੀ ਉਹੋ ਜਿਹੀ ਮਾਤਾ, ਉਹੋ ਜਿਹੇ ਬਜ਼ੁਰਗ, ਕਿੰਨੇ ਲੋਕ ਉੱਥੇ ਆਉਂਦੇ ਜਿਨ੍ਹਾਂ ਦੇ ਕੰਮ ਧੰਦੇ ਹੋਣੇ ਸੀ, ਉਹ ਨਹੀਂ ਆ ਰਹੇ ਕਿਉਂਕਿ ਦਫ਼ਤਰ ਬੰਦ ਹੈ। ਕਿਉਂ ਬੰਦ ਹੈ ਦਫ਼ਤਰ? ਕਿਸਾਨ ਕਹਿੰਦੇ ਕਿ ਘੱਟੋ ਘੱਟ 60,000 ਰੁਪਈਆ ਸਾਨੂੰ ਮੁਆਵਜ਼ਾ ਦਿਓ ਇਹਦਾ, ਕਿੱਲੇ ਦਾ, ਗੁਲਾਬੀ ਸੁੰਡੀ ਦਾ। ਔਰ ਜਿਹੜੀ ਇਹ ਚੁਗਾਈ ਕਰਨੀ ਸੀ, ਚੁਨਾਈ ਕਰਨ ਵਾਲੇ ਜਿਹੜੇ ਖੇਤ ਮਜ਼ਦੂਰ ਆ, ਜਦੋਂ ਨਰਮਾ ਹੀ ਮਰ ਗਏ ਤੇ ਉਹ ਕਿੱਥੇ ਕਰਨ? ਉਹ ਵੀ ਗਏ। ਉਹਨਾਂ ਦੇ ਟੱਬਰ ਹਰ ਪਰਿਵਾਰ ਨੂੰ 30,000 ਰੁਪਈਆ ਜਿਹੜਾ ਖੇਤ ਮਜ਼ਦੂਰ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਹੈ, ਪਰਿਵਾਰ ਨੂੰ 30,000 ਇਹ ਦਿਓ ਜੀ। ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਉਹਨਾਂ ਨਾਲ ਕਹਿੰਦੇ ਸਪੈਸ਼ਲ ਗਰਦੌਰੀ ਦਾ ਹੁਕਮ ਦਿੱਤਾ। ਹੁਣ ਹੋਰ ਪਤਾ ਲੱਗ ਗਿਆ ਕਿ ਸਪੈਸ਼ਲ ਗਰਦੌਰੀ ਦੇ ਜਿਹੜੇ ਉਹਨਾਂ ਨੇ ਗਰਦੌਰੀ ਕਰ ਲਈ ਪਟਵਾਰੀਆਂ ਨੇ, ਇਹਨਾਂ ਨੇ ਕਹਿ ਦਿੱਤਾ ਜੀ, ਜਿਹੜਾ ਸਰਕਾਰ ਨੇ ਅੰਦਾਜ਼ਾ ਲਾਇਆ ਸੀ ਕਿ ਇੰਨੀ ਕੁ ਫਸਲ ਬਰਬਾਦ ਹੋ ਗਈ, ਪਟਵਾਰੀਆਂ ਦੀ ਗਰਦੌਰੀ ਚੋਂ ਕਈ ਗੁਣਾ ਵੱਧ ਗਈ। ਉਹ ਵੀ ਵਧਾ ਦਿੰਦੇ ਆ ਪਤੰਦਰ, ਤੁਹਾਨੂੰ ਪਤਾ ਹੀ ਆ, ਵੇਖਿਆ ਪਹਿਲਾਂ ਵੀ ਵਿੱਚ ਗਵਾਰੇ ਦੀਆਂ ਤੇ ਖਾਲੀ ਦੀਆਂ ਵੀ ਤੇ ਪੱਠਿਆਂ ਦੀ ਵੀ ਗਰਦੌਰੀ ਕਰਾਤੀ। ਉਹਦੀ ਵੀ ਸਥਿਤੀ ਹੈ ਨਾ ਜੀ, ਉਹਨਾਂ ਨੂੰ ਪਟਵਾਰੀਆਂ ਨੂੰ ਵਰਨ ਕਾਊਂਟ ਦਿੰਦਾ। ਹਾਂ, ਪਟਵਾਰੀਆਂ ਨੂੰ ਹੁਣ ਕਿਉਂ ਨਹੀਂ ਵੜਨ ਦਿੰਦਾ? ਜਦੋਂ ਪਟਵਾਰੀ ਖੇਤ ਜਾਂਦੇ, ਕਿਉਂਕਿ ਆਪਣੇ ਇਲਾਕੇ ਦੇ ਵਿੱਚ ਦੋਨੇ ਚੀਜ਼ਾਂ ਹੈ, ਨਰਮਾ ਵੀ ਹੈਗਾ, ਝੋਨਾ ਵੀ ਹੈਗਾ। ਝੋਨੇ ਦੀ ਪਰਾਲੀ ਨੂੰ ਲਾਉਂਦੇ ਅੱਗ, ਲਗਭਗ ਸਾਰਿਆਂ ਨੇ ਅੱਗ ਲਾਈ ਹੈ। ਉਹ ਮੌਕਾ ਦੇਖਣ ਵਾਸਤੇ ਪਟਵਾਰੀ ਜਾਣਾ, ਪਟਵਾਰੀਆਂ ਦੇ ਮਗਰ ਪੈ ਜਾਂਦੇ ਆ ਕਿਸਾਨ ਵੀ, ਤੁਸੀਂ ਕੀ ਲੈਣਾ ਸਾਡੇ ਖੇਤ 'ਚ। ਈਵਨ ਹੁਣ ਤਾਂ ਪਹਿਲਾਂ ਤਾਂ ਪਟਵਾਰੀ ਮਰਦ ਹੁੰਦੇ ਸੀ, ਹੁਣ ਕੁੜੀਆਂ ਵੀ ਹੈ, ਕਈ ਥਾਵਾਂ ਤੇ ਕੁੜੀਆਂ ਦੇ ਘਰਾਓ ਹੋਏ ਹੈ। ਇਹ ਗੱਲਾਂ ਵੀ ਆਉਂਦੀਆਂ। ਉਹਨੂੰ ਪਟਵਾਰੀ ਜਾਓ, ਪਟਵਾਰੀ ਨੂੰ ਅਗਲਾ ਕਹਿੰਦਾ ਵੀ ਕਿੰਨਾ, ਜਿੰਨਾ ਤੇਰਾ ਰਕਬਾ ਮੇਰਾ ਤਾਂ ਇੰਨਾ ਬੀਜਿਆ, ਅਗਲਾ ਕਹਿੰਦਾ ਆ ਲਓ ਜੀ, ਰੱਬ ਨੇੜੇ ਕਿ ਸੁਣ। ਜੇ ਇੱਥੇ ਡੀਸੀ ਨਹੀਂ ਆਪਦੇ ਦਫ਼ਤਰ 'ਚ ਬੈਠ ਸਕਦੇ ਤਾਂ ਪਟਵਾਰੀ ਨੇ ਕੋਈ ਹੌਸਲੇ ਸਮਿਟ ਜੀ ਦੇਖੋ, ਕੱਲ ਮਹਾਰਾਜਾ ਰਣਜੀਤ ਸਿੰਘ ਉੱਥੇ ਲੈ ਗਏ ਮਾਈਕ। ਹਾਂ, ਠੀਕ ਹੈ ਨਾ, ਉਹਨੇ ਹੌਸਲੇ ਥੋੜਾ ਖਾਣੇ, ਅਗਲਾ ਕਹਿੰਦਾ ਮੈਨੂੰ ਕੀ ਲੋੜ ਹੈ। ਉਹ ਸਿਆਪਾ ਪੈ ਗਿਆ। ਹੁਣ ਇੱਕ ਤਾਂ ਦੂਜੇ ਇਹ ਹੁਣ ਉਹ ਦੇਣ ਨੂੰ ਤਿਆਰ ਨਹੀਂ। ਉਹਨਾਂ ਨੇ ਜੀ ਉਹ ਵਿੱਤ ਮੰਤਰੀ ਸਾਹਿਬ ਦੇ ਘਰ ਚਲੇ ਗਏ ਬਾਦਲ ਪਿੰਡ 'ਚ। ਉੱਥੋਂ ਵਿੱਤ ਮੰਤਰੀ ਸਾਹਿਬ ਤਾਂ ਚੰਡੀਗੜ੍ਹ ਸੀਗੇ। ਇਹਨਾਂ ਨੇ ਫਿਰ ਕੀ ਕੀਤਾ, ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਸੀ ਮੁਕਤਸਰ ਦੇ, ਉਹਨਾਂ ਨੇ ਇੱਕ ਮੀਟਿੰਗ ਕਰਵਾਤੀ ਜੀ। ਉਹ ਮੀਟਿੰਗ ਵਾਲਿਆਂ ਕੋਲੇ ਗਏ, ਮੀਟਿੰਗ ਵਾਲਾ ਜਿਹੜਾ ਅਫਸਰ ਸੀ ਵੱਡਾ ਜੀ ਨੂੰ ਮਿਲੇ। ਉਹ ਕਹਿੰਦਾ ਮੇਰੇ ਕੋਲ ਤਾਂ ਭਰਾਵੋ 2 ਚੀਜ਼ਾਂ ਹੈ, ਇੱਕ ਤਾਂ ਉਹਦੇ ਐਨਕ ਲੱਗੀ ਸੀ, ਉਹਨੇ ਲਾ ਕੇ ਦਿਖਾਤੀ, ਕਾ ਐਨਕ ਤੇ ਕਾ ਪੈਨ ਹੈ। ਨਾ ਤਾਂ ਮੇਰੇ ਕੋਲ ਪੈਸਾ, ਨਾ ਮੇਰੇ ਕੋਲ ਧੇਲਾ, ਮੈਂ ਤੁਹਾਨੂੰ ਕੀ ਦੇ ਸਕਦਾ। ਹੁਣ ਪੈਸਾ ਧੇਲਾ ਦੇ ਨਾਲ ਕੋਈ, ਹੁਣ ਅੱਕੇ ਹੋਏ ਕਿਸਾਨਾਂ ਨੇ ਜੀ, ਨਾਲੇ ਤਾਂ ਲਾਇਆ ਹੋਇਆ
ਘਰਾਓ ਕੀਤਾ ਹੋਇਆ 3 ਦਿਨ ਹੋ ਗਏ ਡੀਸੀ ਦਫ਼ਤਰ ਦਾ। ਵੈਸੇ ਤਾਂ ਜੇ ਆਪਾਂ ਕਰੀਏ ਕਿਸਾਨਾਂ ਨੇ ਕੱਲ ਸਾਰੇ ਦੇਸ਼ ਦੇ ਵਿੱਚ ਧਰਨੇ ਦਿੱਤੇ ਸੀ ਜੀ, ਉਹਦੇ 'ਚ ਸੀ ਉਹ ਲਖੀਮਪੁਰ ਖੀਰੀ ਵਾਲੇ ਮਾਮਲੇ ਦੇ ਵਿੱਚ ਵੀ ਹੈ ਵੀ ਉਹ ਜਿਹੜਾ ਮਿਸ਼ਰਾ ਹੈ ਅਜੇ ਮਿਸ਼ਰਾ ਜੀ, ਅਜੇ ਮਿਸ਼ਰੇ ਦੇ ਪੁੱਤ ਦਾ ਤਾਂ ਹੁਣ ਸਾਬਤ ਹੋ ਗਿਆ ਸਾਰਾ ਕੁਝ, ਉਹ ਅਜੇ ਵੀ ਵਜ਼ਾਰਤ 'ਚ ਬੈਠਾ ਤੇ ਉਹਨੂੰ ਕੱਢਿਆ ਜਾਵੇ। ਜੀ, ਤੇ ਇਧਰ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਪੰਜਾਬ ਵਾਲਿਆਂ ਦਾ ਤੁਹਾਨੂੰ ਪਤਾ ਵੀ ਪਹਿਲਾਂ ਹੀ ਤੇ ਬਠਿੰਡੇ ਦੇ ਵਿੱਚ 8 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਜਿਹੜਾ ਧਰਨਾ ਮਾਰਿਆ ਹੋਇਆ ਉਹ ਤਾਂ ਜਾਮ ਕੀਤਾ ਸਾਰਾ ਕੁਝ। ਹੁਣ ਜੇ ਉਹ ਚੰਨੀ ਦੀਆਂ ਤਸਵੀਰਾਂ ਨੂੰ ਜਦੋਂ ਦੇਖਦੇ ਆ ਨਾ ਜੀ, ਉਹ ਵੀ ਉਹ ਵਰਗਾ ਲੱਗਦਾ ਹੈ। ਹਾਂ, ਆ ਤੁਹਾਡੇ ਵਾਲੀ ਗੱਲ ਵੀ ਜੱਫੀਆਂ ਪਾ ਲੀਆਂ, ਹਾਂ। ਆ ਗਿਆ ਜੀ ਰੋਟੀ ਖਾ ਲਈ, ਸਾਰਾ ਕੁਝ ਕਰ ਕਰਾ ਕੇ ਉਹ ਕਹਿੰਦੇ ਅਸੀਂ ਕੀ ਕਰਨਾ ਹੈ, ਇਹੀ ਇਹੋ ਜਿਹੀਆਂ ਗੱਲਾਂ ਅਸੀਂ ਕਿਹਨੇ ਕੋਈ ਖੰਭਿਆਂ ਤੇ ਜਿਹੜਾ ਫਿਰ ਸਾਨੂੰ ਦੱਸੋ ਸਾਡਾ ਕੀ ਕੀਤਾ। ਗੱਲ ਤਾਂ ਉਹੀ ਹੈ ਵੀ ਸਾਨੂੰ ਕੀ ਉਹ ਨਹੀਂ ਕੀਤਾ। ਹੁਣ ਉਹ ਦੂਜਾ ਪੈ ਗਈ ਬਾਰਿਸ਼, ਉਹਦੇ ਨਾਲ ਝੋਨੇ ਵਾਲੇ ਵੀ ਮਧੋਲੇ ਗਏ ਨਾ, ਨਰਮਾ ਵੀ ਬਣਾਤਾ ਹੀ, ਲੋਗੜ ਬਣਾਤਾ ਜਿਹੜਾ ਖੜਾ ਸੀ। ਨਰਮਾ ਤਾਂ ਹੈ ਹੀ ਨਹੀਂ ਸੀ ਜੀ। ਚਲੋ ਇੱਧਰ ਦੇ ਪਾਸੇ ਤਾਂ ਲੈ ਲਓ ਨਾ, ਫਾਜ਼ਿਲਕਾ ਹਬੂਰ ਕੰਨੀ ਤਾਂ ਇੱਧਰ ਮੁਕਤਸਰ ਕੰਨੀ ਤਾਂ ਸੀਗਾ ਨਾ। ਚਲੋ ਉਧਰ ਹੋਣਾ ਤਾਂ 8 ਜ਼ਿਲ੍ਹਿਆਂ ਦੇ ਕਿਸਾਨ ਤਾਂ ਜੇ ਆਪਾਂ ਦੇਖੀਏ ਬਰਨਾਲਾ, ਮਾਨਸਾ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ ਹੈ ਤਾਂ ਸਾਰੇ ਰੋਈ ਜਾਂਦੇ ਜੀ, ਇਹ ਸਾਰੇ ਦੇ ਸਾਰੇ ਰੋਈ ਜਾਂਦੇ। ਪਰ ਉਹ ਨਾਲ ਜਿਹੜੀ ਹੈਗੀ ਝੋਨੇ ਵਾਲੇ ਵੀ ਮਾਂਜੇ ਗਏ। ਐਡੀ ਮਾੜੀ ਜਿਹੜੀ ਇਸ ਵੇਲੇ ਕਿਸਾਨ ਦੀ ਹਾਲਤ ਹੈ, ਕਿਸਾਨ ਨੂੰ ਕਰੇ ਤਾਂ ਕਰੇ ਕੀ। ਇੱਕ ਪਾਸੇ ਤਾਂ ਵਿਚਾਰਿਆਂ ਨੂੰ ਦਿੱਲੀ ਵਾਲਿਆਂ ਨਾਲ ਲੜਾਈ ਲੜਨੀ ਪੈਂਦੀ ਹੈ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ, ਦੂਜੀ ਲੜਾਈ ਉਹਨਾਂ ਨੂੰ ਘਰੇ ਲੜਨੀ ਪੈਂਦੀ ਹੈ। ਗੱਲਾਂ ਬਾਤਾਂ ਨਹੀਂ ਕਹਿੰਦੇ ਸਭ ਕੁਝ ਸਾਰਾ ਕਰ ਦਿਆਂਗੇ, ਤੇ ਮਹੀਨੇ ਕਿੰਨੇ ਰਹਿ ਗਏ ਜੀ? ਸਿਰਫ 50-55 ਦਿਨ ਰਹਿ ਗਏ। 50-55 ਦਿਨ ਕੀ ਗੰਜੀ ਲਾ ਦੂ ਤੇ ਕੀ ਨਿਚੋੜ ਦੂ ਜੀ। ਤੇ ਉਧਰ ਸੁਪਰੀਮ ਕੋਰਟ ਕਹਿੰਦੀ ਵੀ ਉਹ ਕਹਿੰਦੀ ਵੀ ਮੌਕੇ ਤੇ ਤਾਂ ਕਿਸਾਨ ਕਹਿੰਦੇ ਹਜ਼ਾਰਾਂ ਸੀ ਤੇ ਤੁਹਾਨੂੰ ਗਵਾਹ 23 ਕਿਉਂ ਲੱਭੇ? ਕਹਿੰਦੀ ਇਹ ਕਿਹੜੇ ਮਾਮਲੇ 'ਚ? ਇਹ ਉਹੀ ਜੀ ਲਖੀਮਪੁਰ ਖੀਰੀ ਵਾਲਾ। ਕੱਲ ਲਖੀਮਪੁਰ ਖੀਰੀ ਵਾਲਾ ਮਾਮਲਾ ਸੁਪਰੀਮ ਕੋਰਟ ਕੋਲੇ ਫਿਰ ਗਿਆ ਸੀ। ਤਾਂ ਸੰਤੁਸ਼ਟੀ ਇਹ ਹੈ ਜੀ ਬਹੁਤ ਲੰਬੇ ਸਮੇਂ ਬਾਅਦ ਕਿ ਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਸੂ ਮੋਟੋ ਲਿਆ ਔਰ ਸੁਪਰੀਮ ਕੋਰਟ ਲਗਾਤਾਰ ਇਹਦੀ ਸੁਣਵਾਈ ਕਰ ਰਹੀ ਜੀ। ਔਰ ਜਿਹੜੀ ਯੂਪੀ ਦੀ ਸਰਕਾਰ ਨੇ ਹੁਣ ਆਪਣੇ ਨਾ, ਤੁਹਾਡੇ ਯਾਦ ਹੋਣਾ ਕੈਪਟਨ ਦੀ ਸਰਕਾਰ ਵੇਲੇ ਅਤੁਲ ਨੰਦਾ ਹੁੰਦਾ ਸੀ ਜੀ, ਐਡਵੋਕੇਟ ਹੈਗਾ ਸੀਗਾ ਜੀ। ਉਹਦੇ ਤੇ ਬਹੁਤ ਲੋਕ ਨਜ਼ਲਾ ਝਾੜਦੇ ਹੁੰਦੇ ਸੀ। ਈਵਨ ਇੱਕ ਵਾਰੀ ਜਾਖੜ ਸਾਹਿਬ ਵੀ ਉਹਦੇ ਗਲ ਪੈ ਗਏ ਸੀ ਵੀ ਤੂੰ ਸਾਨੂੰ ਕੇਸ ਜਿਤਾਇਆ ਕਿਹੜਾ, ਤੂੰ ਸਾਰਿਆਂ 'ਚ ਹਰਾਈ ਜਾਂਦਾ। ਹੁਣ ਤਾਂ ਦਿਓਲ ਸਾਹਿਬ ਆ ਗਏ। ਚਲੋ ਇਹ ਵੇਖਦੇ ਆ ਕੀ ਕੁਛ ਕਰਦੇ। ਪਰ ਅਤੁਲ ਨੰਦਾ ਬੜਾ ਸੀ, ਸਰਕਾਰੀ ਵਕੀਲ ਸੀ। ਸਰਕਾਰੀ ਵਕੀਲ ਜਿਹੜਾ ਐਡਵੋਕੇਟ ਜਨਰਲ ਇਕੱਲਾ ਨਹੀਂ ਹੁੰਦਾ, ਟੀਮ ਹੁੰਦੀ ਹੈ ਉਹਦੇ ਕੋਲ, ਟੀਮ ਹੁੰਦੀ ਹੈ। ਕਹਿੰਦੇ ਫੌਜ ਹੀ ਹੁੰਦੀ ਹੈ ਪੂਰੀ, 100 ਦੇ ਕਰੀਬ ਹੁੰਦੇ ਆ ਵਕੀਲ। ਯੂਪੀ ਦੇ ਵਿੱਚ ਵੀ ਐਡਵੋਕੇਟ ਜਨਰਲ ਹੈ ਉਹਦੇ ਕੋਲ। ਯੂਪੀ ਤਾਂ ਜਿੱਡਾ ਵੱਡਾ, ਆਪਣੀਆਂ ਦਾ 13 ਸੀਟਾਂ, ਉਹਨਾਂ ਦੀਆਂ 80 ਸੀਟਾਂ। ਉਸ ਹਿਸਾਬ ਦੇ ਨਾਲ ਤਾਂ ਆਪਣੇ ਨਾਲ ਤਾਂ ਬਾਹਲੇ ਹੋਣਗੇ, ਤਾਂ 300-400 ਵਕੀਲ ਹੋਊਗਾ ਜੀ। ਹੁਣ ਉਹ 300-400 ਵਕੀਲਾਂ ਨੂੰ ਛੱਡ ਕੇ ਯੂਪੀ ਦੀ ਸਰਕਾਰ ਨੇ ਜੀ ਇੱਕ ਵਕੀਲ ਕੀਤਾ ਹੋਇਆ ਹੈ, ਹਰੀਸ਼ ਸਾਲਵੇ ਜੀ। ਕਿਹੜੇ ਕੇਸ ਦੇ ਵਿੱਚ ਕੀਤਾ? ਲਖੀਮਪੁਰ ਖੀਰੀ ਵਾਲੇ 'ਚ, ਜਿੱਥੇ ਅਜੇ ਮਿਸ਼ਰੇ ਦਾ ਪੁੱਤ ਆਸ਼ੀਸ਼ ਮਿਸ਼ਰਾ ਜਿਹਨੇ ਜਿਹੜੇ ਹੈਗੇ ਕਿਸਾਨਾਂ ਨੂੰ 3 ਗੱਡੀਆਂ ਨਾਲ ਕੁਚਲ ਕੇ ਮਾਰਤੇ। 4 ਕਿਸਾਨ ਮਾਰਤੇ, 3 ਉਹਨਾਂ ਦੇ ਬੰਦੇ ਮਰ ਗਏ ਸੀ, ਇੱਕ ਵਿਚਾਰਾ ਪੱਤਰਕਾਰ, 8 ਬੰਦੇ ਮਰੇ ਟੋਟਲ। ਉਹ 8 ਬੰਦਿਆਂ ਦੀ ਮੌਤ ਦਾ ਜ਼ਿੰਮੇਵਾਰ ਬੰਦਾ ਉਹ ਹੈ ਜੀ। ਉਹ ਬੰਦਾ ਉੱਥੇ ਬੈਠਾ ਤੇ ਉਹਦਾ ਸੂ ਮੋਟੋ ਲੈ ਲਿਆ ਸੁਪਰੀਮ ਕੋਰਟ ਨੇ। ਜਦੋਂ ਸੁਪਰੀਮ ਕੋਰਟ ਨੇ ਥੋੜੀ ਜਿਹੀ ਸਖਤੀ ਦਿਖਾਈ ਤੇ ਨਾਲ ਦੀ ਨਾਲ ਹੀ ਜੋਗੀ ਸਰਕਾਰ ਨੇ ਹੁਣ ਆਪਣਾ ਵਕੀਲ ਤਾਂ ਕਹਿੰਦੇ ਭਾਰਤ ਦਾ ਜਿਹੜਾ ਸਭ ਤੋਂ ਵੱਡਾ ਵਕੀਲ ਹੈ ਜੀ, ਸਭ ਤੋਂ ਵੱਡਾ ਵਕੀਲ ਜਿਹਨੂੰ ਕਹਿੰਦੇ ਆਪਾਂ, ਉਹ ਅੰਗੇਜ ਕਰ ਲਿਆ ਜੀ। ਤੇ ਉਹਦੀ ਫੀਸ ਪਤਾ ਕਿੰਨੀ ਹੈ ਜੀ? ਕਹਿੰਦੇ 20 ਲੱਖ ਤੋਂ ਲੈ ਕੇ ਤੇ 35 ਲੱਖ ਰੁਪਇਆ ਪਰ ਪੇਸ਼ੀ ਹੈ। ਬੱਲੇ 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 ਪਤੰਦਰ। ਉਹ ਹੁਣ 35 ਲੱਖ ਰੁਪਇਆ 20 ਤੋਂ 35 ਕਿੰਨਾ ਦਿੱਤਾ, ਲਿਹਾਜ਼ ਨਾਲ ਕੁਛ ਘਟਾ ਘਟੂ ਲਿਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਉਹ ਸਰਕਾਰੀ ਖਜ਼ਾਨੇ ਚੋਂ ਮਿਲਦਾ ਹੈ। ਦੱਸੋ। ਤੇ ਫਿਰ ਜਿਹੜੇ ਰੱਖੇ ਉਹ ਰੱਖਿਆ ਤੋਂ ਕੀ ਕਰਾਉਣਾ? ਕਿਉਂਕਿ ਹੁਣ ਇਹ ਹੈ ਕਿ ਉਹ ਇਸ ਗੱਲ ਦੇ ਉੱਤੇ ਲੱਗੇ ਹੋਏ ਕਿ ਬਚਾਉਣਾ ਹੈ ਆਪਦੇ ਮੰਤਰੀ ਨੂੰ ਵੀ ਬਚਾਉਣਾ ਤੇ ਉਹਦੇ ਮੁੰਡੇ ਨੂੰ ਵੀ ਬਚਾਉਣਾ ਹੈ। ਕੱਲ ਜਦੋਂ ਮਾਮਲਾ ਲੱਗਿਆ ਜੀ, ਪ੍ਰੋਗਰੈਸ ਰਿਪੋਰਟ ਦੇਖੀ ਮਾਨਯੋਗ ਸੁਪਰੀਮ ਕੋਰਟ ਨੇ, ਤੇ ਜਸਟਿਸ ਸੂਰਿਆਕਾਂਤ ਉਸ ਬੈਂਚ ਦੇ ਵਿੱਚ ਹੈ। ਸੂਰਿਆਕਾਂਤ ਹੋਰੀ ਕਹਿੰਦੇ ਵੀ ਤੁਸੀਂ ਦੱਸੋ ਹੈ ਵੀ ਕਿੰਨੇ ਗਵਾਹ ਹੁਣ ਤੱਕ ਤੁਸੀਂ ਜਿਹੜੇ ਐਗਜ਼ਾਮਨ ਕੀਤੇ? ਕਹਿੰਦੇ ਜੀ ਗਵਾਹ ਅਸੀਂ ਕੀਤੇ ਹੈ 60 ਦੇ ਕਰੀਬ, ਕਹਿੰਦੇ ਕੁਝ ਇੰਨੇ ਕਾਏ ਹੈ। ਕਹਿੰਦੇ ਬਿਆਨ ਕਿੰਨਿਆਂ ਦੇ ਰਿਕਾਰਡ ਕੀਤੇ? ਕਹਿੰਦੇ ਜੀ 23 ਤਾਂ ਚਸ਼ਮਦੀਦ ਹੈ ਜੀ, ਤੇ 7 ਕ ਦੂਜੇ ਹੈ। 7 ਤਾਂ ਜਿਵੇਂ ਰਿਕਵਰੀ ਵਾਲਾ ਆ ਗਿਆ, ਅਗਰ ਨਿੱਕੀਆਂ ਮੋਟੀਆਂ ਜਿਹੜੇ ਚਸ਼ਮਦੀਦ ਹੈ ਜਿਨ੍ਹਾਂ ਨੇ ਵਾਰਦਾਤ ਹੁੰਦੀ ਦੇਖੀ ਹੈ ਉਹ 23 ਹੈ। ਕਹਿੰਦੇ 23 ਸਿਰਫ, ਕਹਿੰਦੇ ਹਾਂਜੀ ਹੋਰ ਮਿਲੇ ਹੀ ਨਹੀਂ। ਉਹ ਕਹਿੰਦੇ ਵੀਡੀਓ 'ਚ ਦੱਸਦੀਆਂ ਕਿ ਬੰਦਾ ਤਾਂ ਉੱਥੇ 4000 ਸੀ। 4000 ਉਹ ਜਿਹੜਾ ਧਰਨਾ ਮਾਰਿਆ ਸੀ ਉੱਥੇ 4000 ਬੰਦਾ ਪਹੁੰਚਿਆ ਸੀ। 4000 ਦੇ ਵਿੱਚ ਤੁਹਾਨੂੰ 23 ਬੰਦੇ ਮਿਲੇ। ਇਹਦਾ ਮਤਲਬ ਹੈ ਕਿ ਯੂਪੀ ਸਰਕਾਰ ਜਿਹੜੀ ਹੈ ਇਸ ਜਾਂਚ ਨੂੰ ਠੀਕ ਤਰੀਕੇ ਨਾਲ ਕਰਨਾ ਨਹੀਂ ਚਾਹੁੰਦੀ, ਔਰ ਯੂਪੀ ਸਰਕਾਰ ਇਸ ਜਾਂਚ ਨੂੰ ਲਟਕਾਉਣਾ ਚਾਹੁੰਦੀ ਹੈ, ਲਮਕਾਉਣਾ ਚਾਹੁੰਦੀ ਹੈ, ਟਾਈਮ ਪਾਸ ਕਰਦੀ। ਜਦੋਂ ਲਮਕਾਤਾ ਤੁਸੀਂ ਮਾਮਲੇ ਨੂੰ, ਆਪਣੀ ਮੌਤ ਮਰ ਜਾਂਦੇ। ਉਹ ਜੇ ਫਾਂਸੀ ਲਮਕਾਤਾ ਤੇ ਬਸ ਉਹ ਮਰ ਗਿਆ ਤੇ ਇਹ ਲਮਕਾਤੇ। ਹਾਂ, ਇਹ ਕਹਿੰਦੇ ਵੀ ਤੁਸੀਂ ਇਹ ਗੱਲ ਕਰ ਰਹੇ ਹੋ ਗਲਤ ਹੈ, ਇਹਦੇ ਤੇ ਤੁਸੀਂ ਦੱਸੋ। ਹੁਣ ਸੁਪਰੀਮ ਕੋਰਟ ਨੇ, ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਕੀਤਾ ਹੈ ਕਿ ਜਿੰਨੇ ਚਸ਼ਮਦੀਦ ਹੈ ਜੀ ਉਹਨਾਂ ਦੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ।
ਅੱਛਾ। ਜਿੰਨੇ ਚਸ਼ਮਦੀਦ ਗਵਾਹ ਸਭ ਨੂੰ ਸੁਰੱਖਿਆ ਦਿੱਤੀ ਜਾਵੇ। ਕੇਂਦਰੀ ਮੰਤਰੀ ਦੇ ਖਿਲਾਫ ਤੇ ਮਹਿਕਮਾ ਗ੍ਰਹਿ ਦਾ ਉਹ ਮੰਤਰੀ ਹੋਵੇ, ਉਹਦੇ ਮੁੰਡੇ ਦੇ ਖਿਲਾਫ ਹਰੇਕ ਬੰਦੇ ਦੇ ਬਸ ਦਾ ਰੋਗ ਨਹੀਂ ਕਿ ਬਿਲਕੁਲ, ਉਹ ਬਿਲਕੁਲ। ਗਵਾਹੀ ਦੇ ਦੇ। ਅਗਲੀ ਗੱਲ, ਉਹਨਾਂ ਨੇ ਕਿਹਾ 4000 ਬੰਦੇ ਤੇ ਗਵਾਹ ਹੋਰ ਪਾਲੋ ਜਿਹੜੇ ਚਸ਼ਮਦੀਦ ਆ ਉਹਨਾਂ ਨੂੰ, ਤੇ ਉਹਨਾਂ ਦੇ 161 ਚ ਬਿਆਨ ਨਾ ਲਿਖੇ ਜਾਣ, ਵੀ ਪੁਲਿਸ ਬਿਆਨ ਲਿਖੇ। ਅੱਛਾ ਜੀ। ਸੈਸ਼ਨ ਜੱਜ ਲਖੀਮਪੁਰ ਖੀਰੀ ਨੂੰ ਹੁਕਮ ਦਿੱਤਾ ਜੀ ਕਿ ਇੱਕ ਨੇੜਲਾ ਜਿਹੜਾ ਮੈਜਿਸਟ੍ਰੇਟ ਆ, ਜੁਡੀਸ਼ੀਅਲ ਮੈਜਿਸਟ੍ਰੇਟ ਜੀ, ਉਹਨੂੰ ਪਰਮਾਨੈਂਟ ਇਸ ਕੰਮ ਤੇ ਲਾ ਦਿਓ, ਅੱਛਾ, ਔਰ ਹਰ ਜਿਹੜਾ ਗਵਾਹ ਮਿਲ ਜੇ ਉਸ ਗਵਾਹ ਦੀ ਐਵੀਡੈਂਸ ਰਿਕਾਰਡ ਕਰੇ। 164 ਦੇ ਤਹਿਤ ਰਿਕਾਰਡ ਕਰੇ ਮੈਜਿਸਟ੍ਰੇਟ, ਜੀ, ਕਿਉਂਕਿ ਇਹ ਪਤਾ ਕੱਲ ਨੂੰ ਫਿਰ ਤੁਸੀਂ ਦਬਾਅ ਪਾਓਗੇ। ਜੇ ਬੰਦੇ ਮੁੱਕਰਨਗੇ ਤਾਂ ਫਿਰ ਮੈਜਿਸਟ੍ਰੇਟ ਨੂੰ ਵੀ ਤਲਬ ਕੀਤਾ ਜਾਊਗਾ। ਹਾਂ, ਤੇ ਮੈਜਿਸਟ੍ਰੇਟ ਆ ਕੇ ਪੁਸ਼ਟੀ ਕਰੂ ਕਿ ਇਹਨਾਂ ਬੰਦਿਆਂ ਨੇ ਮੇਰੇ ਕੋਲ ਜਿਹੜੇ ਆਹ ਬਿਆਨ ਲਿਖਾਏ ਸੀ, ਮੈਂ ਪੁਸ਼ਟੀ ਕਰਦਾ ਇਹ ਬਿਆਨ ਉਹੀ ਹੈ। ਤਾਂ ਜੀ ਉਹਨਾਂ ਨੇ ਪੁੱਛਿਆ ਕਿ ਬੰਦਾ ਭੀੜ 'ਚ ਬੰਦਾ 4000 ਤੇ ਗਵਾਹ ਮਿਲਿਆ ਤੁਹਾਨੂੰ 23। ਇਹਦੇ ਤੇ ਕੱਲ ਸੁਪਰੀਮ ਕੋਰਟ ਨੇ ਫਿਰ ਆਪਣਾ ਜਿਹੜਾ ਹੈਗਾ ਜਿਹੜੀ ਸਖਤੀ ਵੀ ਦਿਖਾਈ ਹੈ ਤੇ ਨਾਰਾਜ਼ਗੀ ਵੀ ਦਿਖਾਈ ਸਾਲਵੇ ਸਾਹਿਬ ਨੂੰ ਜੀ। ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।